थोड़े समय वास्ते मन बिरतियां नूं एकाग्र करिए ਤਾਂ ਜੋ ਗੁਰੂ ਦੀ ਬਾਣੀ ਦਾ, ਗੁਰੂ ਜੀ ਦੇ ਸ਼ਬਦਾਂ ਦਾ ਜਿਹੜਾ ਲਾਹਾ ਹੈ ਉਹ ਸਾਨੂੰ ਪ੍ਰਾਪਤ ਹੋ ਸਕੇ। ਸਰਬੱਤ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਗੁਰੂ ਕਲਗੀਧਰ ਮਹਾਰਾਜ ਜੀ ਦੀ ਫਤਿਹ ਸਾਂਝੀ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਜਦੋਂ ਆਪਾਂ ਸਾਰੇ ਫਤਿਹ ਬੁਲਾਵਾਂਗੇ ਤੇ ਗੁਰੂ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗ ਜਾਵੇਗੀ। ਇਸ ਕਰਕੇ ਸਰਬੱਤ ਸੰਗਤ ਪਿਆਰ ਦਾ ਸਬੂਤ ਦੇ ਕੇ ਫਤਿਹ ਦਾ ਉਚਾਰਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਬੈਰਾਗਮਈ ਸਮਾਂ ਹੈ, ਬੜਾ ਹੀ ਦੁੱਖਾਂ ਭਰਿਆ ਸਮਾਂ ਹੈ। ਸਮੁੱਚੇ ਹੀ ਪਰਿਵਾਰ ਤੇ ਰਿਸ਼ਤੇਦਾਰ ਸੰਬੰਧੀਆਂ ਤੇ ਸਾਰਿਆਂ ਤੇ ਹੀ ਬੜਾ ਹੀ ਦੁੱਖਾਂ ਭਰਿਆ ਸਮਾਂ ਸਾਰੇ ਬਤੀਤ ਕਰ ਰਹੇ ਨੇ, ਦੁੱਖ ਮਹਿਸੂਸ ਕਰ ਰਹੇ ਨੇ ਇਸ ਗੱਲ ਦਾ ਕਿ ਭਾਈ ਸਾਹਿਬ ਭਾਈ ਰਾਜਪਾਲ ਸਿੰਘ ਜੀ ਸਾਰਿਆਂ ਨੂੰ ਵਿਛੋੜਾ ਦੇ ਕੇ ਸਦਾ ਵਾਸਤੇ ਚਲੇ ਗਏ ਨੇ। ਉਸ ਦੁੱਖ ਨੂੰ ਘਟਾਉਣ ਵਾਸਤੇ, ਉਸ ਦੁੱਖ ਨੂੰ ਵੰਡਾਉਣ ਵਾਸਤੇ ਸਾਰੇ ਰਿਸ਼ਤੇਦਾਰ ਸੰਬੰਧੀ ਪਰਿਵਾਰ ਦੇ ਇਸ ਦੁੱਖ ਦੇ ਸਮੇਂ ਦੇ ਵਿੱਚ ਪਹੁੰਚੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਕਈ ਰੋਜ਼ ਤੋਂ ਲੈ ਕੇ ਚੱਲ ਰਹੇ ਸੀ ਸ਼੍ਰੀ ਸਹਿਜ ਪਾਠ, ਭੋਗ ਪਏ ਨੇ। ਆਪਾਂ ਸਾਰਿਆਂ ਨੇ ਗੁਰੂ ਜੀ ਦੀ ਬਾਣੀ ਦੇ ਭੋਗ ਦੇ ਸ਼ਲੋਕ ਸਰਵਣ ਕੀਤੇ ਹੈ। ਥੋੜ੍ਹਾ ਜਿਹਾ ਸਮਾਂ ਆਪਾਂ ਨੂੰ ਗੁਰੂ ਚਰਨਾਂ ਵਿੱਚ ਗੁਰੂ ਦੀ ਬਾਣੀ ਦੀ ਵਿਚਾਰ ਕਰਨ ਦਾ ਮਿਲਿਆ, ਕਿਉਂਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਣਾ ਸੀ, ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਤਰ ਕੀਤਾ, ਆਪਣੇ ਕੋਲ ਬਿਠਾਇਆ। ਕੁਝ ਬਚਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਮੁੱਚੇ ਪਰਿਵਾਰ ਦੇ ਨਾਲ ਬਹਿ ਕੇ ਸਾਂਝੇ ਕੀਤੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ। ਉਸ ਬਾਣੀ ਨੂੰ ਕਲਮਬੰਦ ਕੀਤਾ ਭਾਈ ਸੁੰਦਰ ਜੀ ਨੇ। ਜਿਹੜੀ ਬਾਣੀ ਆਪਾਂ ਭੋਗ ਤੋਂ ਬਾਅਦ ਰਾਮਕਲੀ ਸੱਧ ਸੁਣੀ ਹੈ ਨਾ, ਗ੍ਰੰਥੀ ਸਿੰਘ ਸਾਹਿਬਾਨ ਨੇ ਉਹ ਬਾਣੀ ਪੜ੍ਹੀ ਹੈ, ਰਾਮਕਲੀ ਸੱਧ, ਉਹ ਬਾਬਾ ਸੁੰਦਰ ਜੀ ਦੀ ਲਿਖਤ ਹੈ। ਤੇ ਸਾਧ ਸੰਗਤ ਜੀ, ਉਹ ਬਚਨ ਨੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਆਪਣੇ ਸਮੁੱਚੇ ਪਰਿਵਾਰ ਨਾਲ ਕੀਤੇ ਨੇ। ਜਗਦਾਤਾ ਸੋਏ ਭਗਤ ਵਸ਼ਲ ਤੈ ਲੋਏ ਜੀਓ ਤੋਂ, ਇਹ ਪ੍ਰਾਰੰਭ ਹੁੰਦੇ ਨੇ ਬਚਨ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ, ਇੱਥੇ ਸਮਾਪਤੀ ਹੁੰਦੀ ਹੈ। ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਨਾ ਵੀ ਅਸੀਂ ਆਪਣਾ ਸਰੀਰ ਛੱਡ ਦੇਣਾ, ਹੁਣ ਅਸੀਂ ਚਲੇ ਜਾਣਾ ਹੈ, ਕਿਉਂਕਿ ਹਰ ਇੱਕ ਬੰਦੇ ਦਾ, ਪਰਿਵਾਰ ਦੇ ਦਾ ਇੱਕ ਦੂਸਰੇ ਨਾਲ ਮੋਹ ਹੈ, ਇੱਕ ਦੂਸਰੇ ਨਾਲ ਸਾਂਝ ਬਣੀ ਹੈ ਸਾਰਿਆਂ ਦੀ। ਹੁਣ ਦਰਖਤ ਦੀ ਜੜ ਤੋਂ ਲੈ ਕੇ ਪੱਤਿਆਂ ਤੱਕ, ਫੁੱਲਾਂ ਤੱਕ, ਫਲਾਂ ਤੱਕ ਅਟੈਚਮੈਂਟ ਹੈ, ਸੰਬੰਧ ਹੈ। ਹਰ ਇੱਕ ਚੀਜ਼ ਇੱਕ ਦੂਸਰੇ ਦੇ ਨਾਲ ਲਿੰਕ ਦੇ ਵਿੱਚ ਹੈ, ਇੱਕ ਦੂਸਰੇ ਨਾਲ ਜੁੜੀ ਹੈ। ਹੁਣ ਦਰਖਤ ਦੀਆਂ ਜੜ੍ਹਾਂ ਕੱਟ ਦਿਓ ਤਾਂ ਵੀ ਸਾਰਾ ਕੁਝ ਖਿੱਲਰ ਗਿਆ, ਤਣਾ ਕੱਟ ਦਿਓ ਤਾਂ ਵੀ ਖਿੱਲਰ ਗਿਆ, ਟਾਹਣੀਆਂ ਕੱਟ ਦਿਓ ਤਾਂ ਵੀ ਖਿੱਲਰ ਗਿਆ। ਪੱਤੇ, ਫੁੱਲ, ਫਲ, ਹਰ ਇੱਕ ਚੀਜ਼ ਦੀ ਇੱਕ ਦੂਸਰੇ ਦੇ ਨਾਲ ਅਟੈਚਮੈਂਟ ਹੈ, ਇੱਕ ਦੂਸਰੇ ਨਾਲ ਲਗਾਅ ਹੈ। ਇਸੇ ਤਰ੍ਹਾਂ ਸਾਡਾ ਵੀ ਸੰਸਾਰ ਵਿੱਚ, ਦੁਨੀਆ ਦੇ ਵਿੱਚ ਲਗਾਅ ਹੈ। ਪਹਿਲਾਂ ਸਾਡੇ ਮਾਤਾ ਪਿਤਾ ਨੇ,
फिर पहले प्यार लगा थण दुध, दूजे माए बाप की सुध। पहला प्यार बच्चे का साध संगत दी दुध नाल हुंदा है। कुछ मिले ना मिले दुध चाहिदा है। फिर माता पिता का संबंध, फिर रिश्तेदार साक संबंधियां का, तीजे पाया भाभी वेव, चौथे प्यार उपन्नी खेड। फिर बच्चों की प्रीति खेडां नाल हो जाती है। दस दा भुचंगी 10 ਕੁ ਮਹੀਨਿਆਂ ਦਾ। मैं गुरबाणी के शब्द नूं लैके नाल मैं सारा नूं वेख रहा, क्योंकि जदों कोई चीज़ प्रैक्टिकल रूप दे विच आउंदी फिर समझ आउंदी है। बहुत बारी ये शब्द गुरबाणी का संगत दे विच साझा कीता है। जिहड़ा श्री गुरु ग्रंथ साहिब जी का शब्द है ना, भी पहले प्यार लगा थण दुध, दूजे माए बाप की सुध, तीजे पया भाभी वेव, चौथे प्यार उपन्नी खेड। पंजवें खाण पीण की धात, छेवें काम न पुछे जात, सतवें संज किया घर वास, अठवें क्रोध हुआ तन नास, नौवें धौले उबे साहा, 10वें दद्दा हुआ स्वाहा। ये गुरबाणी का शब्द है। मनुख की जिंदगी के हालात नूं गुरु साहब जी ने बयान किया भी मनुख की जिंदगी की है, किहड़ियां किहड़ियां वो स्टेजां ने, किहड़े किहड़े वो स्टैप ने, किहड़ियां किहड़ियां वो पौड़ियां ने जिन्हां दे उत्ते ये मनुख जन्म लैण तो बाद चलदा है। इस शब्द नूं मैं आधार कई बार सुनाया, कई बार साझा कीता संगत च। मैं अपने बच्चे नूं वेखदा हुन्ना भी पहलां उहदा ना दुੱਧ नाल प्यार सी। हर एक बच्चे की गल है, मैं तो वैसे अपने की गल कर रहा भी प्रैक्टिकल रूप दे विच जिहड़ा मैं वेखिया भी गुरबाणी 100 तो भी आपां कह दईए 101% सच्ची है। दुੱਧ नाल प्यार सी, उहनूं हौली हौली दुੱਧ ना घटदा गया, हुण उहनूं धक्के नाल दुੱਧ पिलाना पैंदा। फिर माए बाप की सुध, माता पिता की सुध आई भी आ मेरी माता मेरे पिता है। फिर साक संबंधी जिहड़े ने उन्हां दी समझ आई। हुण मैं वेख रहा उहदी खेल विच प्रीति है, चौथे प्यार उपन्नी खेड। हुण उहनूं खिलाउणे चाहीदे ने, हुण गोद विच नहीं बहिंदा, हुण ओह खेलना चाहुंदा है, खिडाउणे चाहीदे ने। अगली अवस्था विच खाना पीना, चौथे प्यार उपन्नी खेड, पंजवें खाण पीण की धात, छेवें काम न पुछे जात। काम न पुछे जात तो भाव भी जवानी का रंग। जवानी फिर ठाठा मारदी है मनुख उत्ते, हर एक बंदा कहंदा भी मेरे वर्गा कोई नहीं। सतवीं अवस्था विच गुरु साहिब सच्चे पातशाह कहंदे ने फिर गृहस्थी हो जाता है। संज किया घर वास, अपना घर वसा लैंदा है, भावी दी शादी हो जाती है, इहदा विआह हो जाता है। विआह तो बाद बच्चे हुंदे ने, कारोबार वधदा है, जिम्मेवारियां वधदियां ने, जिम्मेवारियां नूं निभाउंदा है। कदे उतराह आउंदे, कदे चढ़ाव आउंदे जिंदगी च। सतवें संज किया कर वास, अठवें क्रोध हुआ तन नास। अठवीं अवस्था विच जाके दुखी हुंदा है, मेरा काम नहीं सही चल रहा, मेरा घर नहीं सही चल रहा, हर एक दी प्रॉब्लम है। फरीदा मैं जाने दुख मुझको, दुख सबाया जग। फरीद साहब कहते मैं सोचा भी दुख मैनू ही है, भी मैं सोचा भी दुख मैनू ही है। पर फरीद साहब कहते जो पता लगा ना, उदों की सामने आया, सारा संसार ही दुखी है। आखो सतनाम श्री वाहिगुरू। उच्चे चढ़ के देखिया, उच्चे चढ़ के जो मैं अवस्था उच्ची की ना, जो मैं गहरी विरती नाल वेखिया, तो फरीद साहब कहते उच्चे चढ़ के देखिया घर घर इहा अग।
ਇਹ ਦੁੱਖ ਦੀ ਅੱਗ ਹਰ ਇੱਕ ਦੇ ਘਰ ਦੇ ਵਿੱਚ ਹੀ ਬਲਦੀ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ। ਕੋਈ ਤਨ ਕਰਕੇ ਦੁਖੀ ਹੈ, ਰੋਗ ਚਿੰਬੜਿਆ, ਰੋਗ ਚਿੰਬੜਿਆ, ਤਨ ਕਰਕੇ ਦੁਖੀ। ਕੋਈ ਮਨ ਕਰਕੇ ਦੁਖੀ ਹੈ। ਤਨ ਦੇ ਰੋਗ ਵੀ ਬਹੁਤ ਨੇ, ਮਨ ਦੇ ਰੋਗ ਵੀ ਬਹੁਤ ਨੇ। ਤਨ ਦੇ ਰੋਗ ਉਦੋਂ ਆਉਂਦੇ ਨੇ ਜਦੋਂ ਅਸੀਂ ਮਨ ਦੇ ਰੋਗੀ ਹੁੰਦੇ। ਇਸੇ ਕਰਕੇ ਸਾਧ ਸੰਗਤ ਜੀ ਗੁਰਬਾਣੀ ਸਾਨੂੰ ਮਨ ਨੂੰ ਤਕੜਾ ਕਰਦੀ ਹੈ। ਜਦੋਂ ਸਾਡਾ ਮਨ ਬਲਵਾਨ ਹੋਏਗਾ, ਮਨ ਤਕੜਾ ਹੋਵੇਗਾ, ਜਦੋਂ ਸਾਡਾ ਸੈਲਫ ਜਿਹੜਾ ਸਾਡਾ ਆਪਣਾ ਆਤਮ ਵਿਸ਼ਵਾਸ ਹੈ ਉਹਦੇ ਨਾਲ ਅਸੀਂ ਲੱਬਾ ਲੱਬ ਭਰ ਜਾਵਾਂਗੇ, ਫਿਰ ਸਾਧ ਸੰਗਤ ਜੀ ਉਨੇ ਰੋਗ ਸਾਨੂੰ ਘੱਟ ਆਉਣਗੇ। ਸਰੀਰਕ ਰੋਗਾਂ ਦਾ ਮੇਨ ਜਿਹੜਾ ਕਾਰਨ ਹੈ, ਅਸਲ ਜੜ ਸਰੀਰਕ ਰੋਗਾਂ ਦੀ ਮਨ ਦੇ ਰੋਗ ਨੇ। ਚਿੰਤਾ ਵਿੱਚ, ਫਿਕਰ ਦੇ ਵਿੱਚ ਜਿਉਣਾ, ਡਿਪਰੈਸ਼ਨ ਦੇ ਵਿੱਚ, ਕਿੰਨੀਆਂ ਚੀਜ਼ਾਂ ਨੇ। ਗੁਰਬਾਣੀ ਸਾਨੂੰ ਇਹਨਾਂ ਚੀਜ਼ਾਂ ਚੋਂ ਕੱਢਦੀ ਹੈ, ਮੁਕਤ ਕਰਦੀ ਹੈ, ਆਜ਼ਾਦ ਕਰਦੀ ਹੈ, ਸਾਨੂੰ ਹੌਲਾ ਕਰਦੀ ਗੁਰਬਾਣੀ। ਆ ਜਿਹੜਾ ਦੁੱਖ ਸਾਰੇ ਪਰਿਵਾਰ ਦੇ ਸਿਰ ਉੱਤੇ ਮੰਡਰਾ ਰਿਹਾ ਨਾ, ਇਹ 'ਚੋਂ ਨਿਕਲਣ ਦਾ ਵੀ ਕਾਰਨ, ਇਹਦਾ ਇਲਾਜ ਜਿਹੜਾ ਨਿਕਲਣ ਦਾ ਉਹ ਇੱਕੋ ਹੀ ਹੈ। ਮਨ ਨੂੰ ਹਲਕਾ ਕਰਨ ਦਾ ਵੀ ਗੁਰੂ ਦੇ ਉਪਦੇਸ਼ ਮੁਤਾਬਕ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਜਦੋਂ ਤੱਕ ਭਾਣਾ ਮਿੱਠਾ ਕਰਕੇ ਨਹੀਂ ਮੰਨਦੇ, ਇਹ ਦੁੱਖ ਸਾਡੇ ਅੰਦਰੋਂ ਜਾਵੇਗਾ ਨਹੀਂ। ਇਹ ਉਦੋਂ ਨਿਕਲੇਗਾ ਜਦੋਂ ਅਸੀਂ ਭਾਣੇ ਵਿੱਚ ਚੱਲਾਂਗੇ, ਰਿਜਾਅ ਵਿੱਚ ਚੱਲਾਂਗੇ। ਹਰ ਇੱਕ ਚੀਜ਼ ਤੈਅ ਹੈ, ਹਰ ਇੱਕ ਚੀਜ਼ ਤੈਅ ਹੈ, ਮਿਥੀ ਹੋਈ ਹੈ, ਬਣ ਗਈ ਹੈ। ਬੱਚਾ ਬਾਅਦ ਵਿੱਚ ਜਨਮ ਲੈਂਦਾ ਹੈ, ਉਹਦੀ ਖੁਰਾਕ ਜਿਹੜਾ ਦੁੱਧ ਹੈ ਨਾ, ਉਹ ਸਾਧ ਸੰਗਤ ਜੀ ਉਹ ਪਹਿਲਾਂ ਆ ਜਾਂਦਾ ਹੈ। ਪਹਿਲਾਂ ਹਰ ਇੱਕ ਚੀਜ਼ ਮਿਥੀ ਹੋਈ ਬਣੀ ਹੋਈ ਹੈ। ਜੇ ਜੰਮਣਾ ਲਿਖਿਆ ਨਾ, ਜੇ ਜੰਮਣਾ ਲਿਖਿਆ ਤੇ ਮਰਨਾ ਵੀ ਲਿਖਿਆ। ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਇਸ ਤੋਂ ਕੋਈ ਓਲੇ ਨਹੀਂ ਹੋ ਸਕਦਾ ਵੀ ਜੇ ਜੰਮਣਾ ਲਿਖਿਆ ਸਾਡਾ ਤੇ ਮਰਨਾ ਨਹੀਂ ਲਿਖਿਆ ਜਾਵੇਗਾ। ਮਰਨਾ ਵੀ ਜ਼ਰੂਰ ਲਿਖਿਆ ਜਾਵੇਗਾ। ਲਿਖਿਆ ਜਾਵੇਗਾ ਨਹੀਂ, ਜਿਸ ਦਿਨ ਜਨਮ ਦੀ ਗੱਲ ਲਿਖੀ ਗਈ ਉਸ ਦਿਨ ਮਰਨ ਦੀ ਵੀ ਲਿਖੀ ਗਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਦਿਨ ਜਨਮ ਦੀ ਕਲਮ ਚੱਲੀ ਨਾ ਵੀ ਜਨਮ ਹੋਣਾ ਕਿਸੇ ਦਾ, ਜੇ ਜਨਮ ਦੀ ਸਾਧ ਸੰਗਤ ਜੀ ਉਹ ਗੱਲ ਲਿਖੀ ਗਈ ਤੇ ਨਾਲ ਮਰਨ ਦੀ ਵੀ ਲਿਖੀ ਗਈ ਹੈ। ਤੁਹਾਡੇ ਵਿੱਚੋਂ ਬਹੁਤ ਬੰਦੇ ਨੌਕਰੀਆਂ ਕਰਦੇ ਹੋਣਗੇ, ਜੌਬ ਕਰਦੇ ਹੋਣਗੇ। ਤੁਸੀਂ ਜਦੋਂ ਛੁੱਟੀ ਲੈਂਦੇ ਹੋ, 1 ਦਿਨ ਦੀ, 2 ਦਿਨ ਦੀ, 4 10 ਦਿਨ ਦੀ ਛੁੱਟੀ ਲੈਂਦੇ ਹੋ, ਜੇ ਛੁੱਟੀ ਲੈਣ ਦੀ ਤਰੀਕ ਲਿਖੀ ਗਈ ਹੈ, ਉਹਦੇ ਨਾਲ ਵਾਪਸੀ ਵੀ ਦੀ ਤਰੀਕ ਵੀ, ਜਦੋਂ ਮੂਵ ਕਰਨਾ ਹੈ, ਜਦੋਂ ਵਾਪਸ ਮੁੜਨਾ ਹੈ, ਜਦੋਂ ਦੁਬਾਰਾ ਨੌਕਰੀ ਤੇ ਹਾਜ਼ਰੀ ਦੇਣੀ, ਉਹ ਵੀ ਤਰੀਕ ਨਾਲ ਲਿਖੀ ਜਾਵੇਗੀ। ਇਹ ਨਹੀਂ ਹੈ ਵੀ ਜਾਣ ਦੀ ਤਰੀਕ ਲਿਖ ਦਿੱਤੀ, ਆਉਣ ਦੀ ਨਹੀਂ ਲਿਖੀ। ਲਿਖਾਉਂਦੇ ਨੇ ਅਗਲੇ ਵੀ ਹਾਂ ਬਈ ਦੱਸ ਅੱਜ ਛੁੱਟੀ ਲੈ ਰਹੇ ਹਾਂ, ਕਿੰਨੇ ਦਿਨ ਨੂੰ ਵਾਪਸ ਆਵੇਂਗਾ। ਸਾਨੂੰ ਲਿਖਣਾ ਪੈਂਦਾ ਹੈ, ਲਿਖ ਕੇ ਦੇਣਾ ਪੈਂਦਾ ਹੈ ਵੀ ਮੈਂ ਜੀ 5 ਦਿਨਾਂ ਵਾਸਤੇ ਜਾ ਰਿਹਾ, ਅੱਜ 1 ਤਰੀਕ ਹੈ, 5 ਦਿਨਾਂ ਵਾਸਤੇ ਜਾ ਰਹੇ ਹਾਂ, ਇੰਨੀ ਤਰੀਕ ਨੂੰ ਮੈਂ ਵਾਪਸ ਆਵਾਂਗਾ, ਆਉਣਾ ਪਵੇਗਾ। ਜਿਸ ਦਿਨ ਜਨਮ ਲਿਖਿਆ ਗਿਆ ਉਸ ਦਿਨ ਮਰਨ ਵੀ ਲਿਖਿਆ ਗਿਆ। ਤੇ ਜੇ ਜਨਮ ਦੇ ਨਾਲ ਮਰਨ ਲਿਖਿਆ ਗਿਆ, ਫਿਰ ਸਾਨੂੰ ਸਾਧ ਸੰਗਤ ਜੀ ਫਿਰ ਅਫਸੋਸ ਕਾਹਦਾ ਹੋਣਾ ਚਾਹੀਦਾ? ਫਿਰ ਤਾਂ ਕੋਈ ਅਫਸੋਸ ਨਹੀਂ, ਕਿਉਂਕਿ ਜਿਹੜੀ ਚੀਜ਼ ਆਈ ਹੈ ਉਹਨੇ ਜਾਣਾ। ਜਿਹੜੀ ਚੀਜ਼ ਮਹਾਰਾਜ ਬਚਨ ਕਰਦੇ ਨਾ ਗੁਰੂ ਤੇਗ ਬਹਾਦਰ ਮਹਾਰਾਜ, ਜੋ ਉਪਜਿਓ ਸੋ ਬਿਨਸ ਹੈ। ਜਿਹੜੀ ਚੀਜ਼ ਸਾਡੀਆਂ ਸਥੂਲ ਅੱਖਾਂ ਵੇਖਦੀਆਂ ਨੇ, ਅੱਖਾਂ ਨੇ ਨਾ ਸਾਡੀਆਂ 2, ਇਹ ਅੱਖਾਂ ਨਾਲ ਜੋ ਵਸਤੂ ਦਿਸਦੀ ਹੈ ਉਹ ਨਾਸਵੰਤ ਹੈ। ਜੋ ਉਪਜਿਓ, ਜੋ ਬਣਿਆ, ਉਪਜਿਓ ਤੋਂ ਭਾਵ ਜੋ ਬਣਿਆ,
सतगुरु कहते जो उपजियो सो बिनस है। ਜਿਹੜੀ चीज़ बनी है उन्हें खत्म होना ही होना है, ये तो पौले नहीं हो सकते। गुरु साहब कहते बारे बूढ़े तुरने भईया। बारा कहते ने बालक नूं, छोटा जी नूं, बूढ़े कहते ने बजुर्ग नूं। सतगुरु कहते की बारा की बच्चा की बूढ़ा की बजुर्ग, तुरने भईया, सारिया ने ही तुरना है, सारिया ने चले जाना है। इत्थे ये नहीं है भी हर एक बंदा उम्र भोग के ही जाएगा, कोई गारंटी नहीं, कोई गारंटी नहीं इस गल दी कि हर एक बंदे ने पूरी उम्र भोग के जाना है। विचों भी टुट जाते ने। ਹੁਣ ਸਾਧ ਸੰਗਤ जी अंबां दी रुत आ रही, अंबां दी रुत आ रही है ना, ਹੁਣ ਬੂਰ ਪੈ ਗਿਆ। ਤੁਸੀਂ ਵੇਖਿਓ ਹੁਣ ਬੂਰ ਪੈ ਗਿਆ ਤੇ ਹੌਲੀ ਹੌਲੀ ਉਸ ਬੂਰ ਨੂੰ ਅੰਬ ਲੱਗਣੇ ਸ਼ੁਰੂ ਹੋ ਜਾਣਗੇ। ਕੁਦਰਤ ਦੀ ਹਰ ਇੱਕ ਚੀਜ਼ ਸਾਨੂੰ ਜਿਉਣਾ ਸਿਖਾਉਂਦੀ ਹੈ, ਕੁਦਰਤ ਦੀ ਹਰ ਇੱਕ ਚੀਜ਼ ਸਾਨੂੰ ਜੀਵਨ ਦਾ ਢੰਗ ਸਿਖਾਉਂਦੀ ਹੈ, ਪਰ ਸਾਧ ਸੰਗਤ ਅਸੀਂ ਸਿੱਖਣਾ ਹੀ ਨਹੀਂ ਚਾਹੁੰਦੇ। ਕੁਦਰਤ ਜਿਹੜੀ ਪਰਮੇਸ਼ਰ ਨੇ ਬਣਾਈ ਹੈ ਨਾ, ਕੁਦਰਤ ਦੀ ਹਰ ਇੱਕ ਚੀਜ਼ ਸਾਨੂੰ ਸਿਖਾਉਂਦੀ ਹੈ। ਆਪਾਂ ਫਿਰ ਅਸੀਂ ਅਗਿਆਨਤਾ 'ਚ, ਫਿਰ ਅਸੀਂ ਭੁੱਲੇ ਹੋਏ ਹਾਂ। ਹਰ ਇੱਕ ਚੀਜ਼ ਕੁਦਰਤ ਦੀ ਸਾਨੂੰ ਸਿਖਾ ਰਹੀ ਹੈ। ਸਾਧ ਸੰਗਤ ਜੀ ਉਹ ਅੰਬਾਂ ਨੂੰ ਬੂਰ ਪਿਆ, ਥੋੜੇ ਦਿਨਾਂ ਨੂੰ ਤੁਸੀਂ ਵੇਖੋਗੇ ਉਹਨਾਂ ਨੂੰ ਅੰਬ ਲੱਗਣੇ ਸ਼ੁਰੂ ਹੋ ਜਾਣਗੇ ਛੋਟੇ ਛੋਟੇ। ਜਿੰਨਾ ਬੂਰ ਪੈਂਦਾ ਉਨਾ ਫਲ ਨਹੀਂ ਪੈਂਦਾ, ਮੰਨਦੇ ਆ ਨਾ। ਜਿੰਨਾ ਅੰਬਾਂ ਦੇ ਉੱਤੇ ਬੂਰ ਹੈ ਨਾ ਉਨਾ ਫਲ ਨਹੀਂ ਪੈਣਾ। ਅੱਧਾ ਬੂਰ ਝੜ ਜਾਣਾ, ਅੱਧਾ ਬੂਰ ਝੜ ਜਾਣਾ। ਹਨੇਰੀਆਂ ਚੱਲਣਗੀਆਂ ਹੁਣ ਥੋੜੇ ਦਿਨਾਂ ਤੱਕ, ਸਟਾਰਟਿੰਗ ਹੈ ਵੈਸੇ, ਹਵਾ ਜੀ ਚੱਲਣੀ ਸ਼ੁਰੂ ਹੋ ਗਈ ਕੱਲ ਤੋਂ। ਹਨੇਰੀਆਂ ਚੱਲਣਗੀਆਂ। ਕੁਦਰਤ ਦੇ ਇਹ ਰੂਲਸ ਨੇ, ਕੁਦਰਤ ਦੇ ਇਹ ਨਿਯਮ ਨੇ, ਇਹਨਾਂ ਨੂੰ ਕੋਈ ਚੇਂਜ ਨਹੀਂ ਕਰ ਸਕਦਾ, ਬਦਲ ਨਹੀਂ ਸਕਦਾ। ਕੋਸ਼ਿਸ਼ ਹੈ ਮਨੁੱਖ ਦੀ ਵੀ ਕੁਦਰਤ ਨੂੰ ਬਦਲ ਦਿੱਤਾ ਜਾਵੇ, ਪਰ ਕੁਦਰਤ ਨੇ ਆਪਣੇ ਤਰੀਕੇ ਨਾਲ, ਆਪਣੇ ਢੰਗ ਨਾਲ ਚੱਲਣਾ ਹੀ ਚੱਲਣਾ। ਸੂਰਜ ਨੂੰ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ, ਰੋਜ਼ ਚੜ੍ਹਦਾ ਕਿ ਨਹੀਂ ਚੜ੍ਹਦਾ? ਰੋਜ਼ ਚੜ੍ਹਦਾ। ਚੰਦਰਮਾ ਰੋਜ਼ ਉੱਗਦਾ। ਪਾਣੀ ਕਦੋਂ ਦਾ ਬਣਿਆ? ਹਵਾ ਕਦੋਂ ਦੀ ਬਣੀ ਹੈ? ਕੁਦਰਤ ਦੀ ਹਰ ਇੱਕ ਚੀਜ਼, ਕੁਦਰਤ ਦਾ ਹਰ ਇੱਕ ਸਰੋਤ ਜਿਹੜਾ ਹੈ ਸਾਧ ਸੰਗਤ ਜੀ ਉਹ ਅਟੱਲ ਹੈ, ਰਹਿਣ ਵਾਲਾ ਹੈ। ਸਮਝ ਇਸ ਗੱਲ ਨੂੰ ਜਿਹੜਾ ਸਮਝ ਜਾਂਦਾ ਹੈ ਉਹ ਜ਼ਿੰਦਗੀ ਦੇ ਜਿਉਣ ਦਾ ਢੰਗ ਸਿੱਖ ਲੈਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਜੋ ਉਪਜਿਓ ਸੋ ਬਿਨਸ ਹੈ। ਤੇ ਜੇ ਇਹ ਗੱਲ ਪਤਾ ਲੱਗ ਗਈ ਵੀ ਜੋ ਉਪਜਿਓ ਸੋ ਬਿਨਸ ਹੈ, ਫਿਰ ਰੋਣੇ ਧੋਣੇ ਮੁੱਕ ਜਾਂਦੇ। ਰੋਣੇ ਧੋਣੇ ਉੱਥੇ ਮੁੱਕ ਜਾਂਦੇ ਨੇ ਜਿੱਥੇ ਪਤਾ ਲੱਗ ਜੇ ਵੀ ਜੋ ਉਪਜਿਓ ਸੋ ਬਿਨਸ ਹੈ। ਕਿੱਥੇ ਬੱਚਾ ਮਾਂ ਦੀ ਗੋਦ 'ਚ ਰਹਿੰਦਾ 24 ਘੰਟੇ, ਕਿੱਥੇ ਸਮਾਂ ਨਿਕਲਦੇ ਨਾਲ ਚੱਲਦੇ ਚੱਲਦੇ। ਹੁਣ ਕਈਆਂ ਦੇ ਬੱਚੇ ਵਿਦੇਸ਼ਾਂ 'ਚ ਬੈਠੇ, ਕਰਦੇ ਨਹੀਂ ਸਬਰ ਆਪਾਂ। ਕਿਤੇ 24 ਘੰਟੇ ਗੋਦ 'ਚ ਹੁੰਦਾ ਸੀ, ਫਿਰ ਗੋਦ ਤੋਂ ਬਾਹਰ ਨਿਕਲਿਆ, ਕਦੇ ਪੰਘੂੜੇ 'ਚ ਚਲਾ ਗਿਆ, ਕਦੇ ਕਿਸੇ ਚੀਜ਼ 'ਚ ਚਲਾ ਗਿਆ। ਫਿਰ ਥੋੜ੍ਹੇ ਜਿਹੇ ਸਾਲ ਲੰਘੇ, ਸਕੂਲਾਂ 'ਚ 8-8 ਘੰਟੇ ਸਕੂਲਾਂ 'ਚ ਰਹਿਣ ਲੱਗ ਗਿਆ ਬੱਚਾ, 3-3 ਘੰਟੇ ਟਿਊਸ਼ਨਾਂ 'ਤੇ ਰਹਿਣ ਲੱਗ ਗਿਆ। ਫਿਰ ਸਮਾਂ ਬਦਲਿਆ, ਹੁਣ ਨੇੜੇ ਗੱਲ ਨਹੀਂ ਬਣਦੀ, ਆਊਟ ਆਫ ਏਰੀਏ ਵਿੱਚ ਜਾ ਕੇ, ਬਾਹਰ ਜਾ ਕੇ, ਕਿਸੇ ਦੂਸਰੇ ਸ਼ਹਿਰ 'ਚ ਜਾ ਕੇ ਬੱਚੇ ਨੂੰ ਰਹਿਣਾ ਪੈ ਰਿਹਾ ਹੈ, ਪੜ੍ਹਾਈ ਕਰਨੀ ਪੈ ਰਹੀ ਹੈ। ਹੁਣ ਕਈ ਦਿਨ ਬੱਚਾ ਮਹੀਨਿਆਂ ਬੱਧੀ ਆਪਣੇ ਮਾਂ ਨੂੰ ਨਹੀਂ ਵੇਖ ਸਕਦਾ। ਹੁਣ ਸਮਾਂ ਇਹ ਆ ਗਿਆ, ਵਿਦੇਸ਼ਾਂ 'ਚ ਚਲਾ ਗਿਆ, ਹੁਣ ਸਾਲਾਂ ਬੱਧੀ ਨਹੀਂ ਆ ਕੇ ਵੇਖ ਸਕਦਾ। ਕਿਸੇ ਦਿਨ ਇਹ ਵੀ ਆ ਜਾਣਾ ਹੈ ਤੇ ਮੁੜ ਕੇ ਘਰਦਿਆਂ ਦਾ, ਸੰਬੰਧੀਆਂ ਦਾ ਨੇ ਮੂੰਹ ਹੀ ਨਹੀਂ ਵੇਖਣਾ। ਇਹੋ ਜਿਹਾ ਸਮਾਂ ਵੀ ਆ ਜਾਂਦਾ। ਹੁਣ ਭਾਈ ਰਾਜਪਾਲ ਸਿੰਘ ਜੀ ਨਾਲ ਇਵੇਂ ਹੀ ਹੋਇਆ ਨਾ, ਵੀ ਹੁਣ ਵੇਖ ਨਹੀਂ ਸਕਦੇ, ਯਾਦ ਰਹਿ ਗਈ, ਕੇਵਲ ਤੇ ਕੇਵਲ ਯਾਦ ਰਹਿ ਗਈ। ਬੋਲ ਨਹੀਂ ਸਕਿਆ, ਸਾਹਮਣੇ ਪਿਆ ਸੀ ਸਾਡੇ,
ਉਹੀ ਅੱਖਾਂ, ਉਹੀ ਕੰਨ, ਉਹੀ ਨੱਕ, ਉਹੀ ਹੱਥ, ਉਹੀ ਪੈਰ। ਕਮਾਲ ਹੋ ਗਈ ਵੀ ਸਰੀਰ ਉਹੀ ਹੈ, ਹਰ ਇੱਕ ਅੰਗ ਉਹੀ ਹੈ, ਸਾਰਾ ਕੁਝ ਉਹੀ ਹੈ, ਕੋਈ ਐਕਟੀਵਿਟੀ ਨਹੀਂ, ਕੋਈ ਸਾਧ ਸੰਗ ਦੀ ਹਰਕਤ ਨਹੀਂ। ਐਸੀ ਕਿਹੜੀ ਚੀਜ਼ ਸੀ ਜਿਹੜੀ ਉਹਦੇ ਚੋਂ ਨਿਕਲ ਗਈ? ਐਸੀ ਕਿਹੜੀ ਚੀਜ਼ ਸੀ ਜਿਹੜੀ ਨਿਕਲ ਗਈ ਜਿਹਦੇ ਕਰਕੇ ਹਰ ਇੱਕ ਚੀਜ਼ ਡੈਡ ਹੋ ਗਈ? ਉਸੀ ਪਰਮੇਸ਼ਰ ਦੀ ਸਤਾ, ਉਹਦੀ ਸ਼ਕਤੀ ਸਾਡੇ ਅੰਦਰ ਹੈ, ਕੰਮ ਕਰ ਰਹੀ ਹੈ એનર્ਜੀ। ਲਾਈਟ ਚਲੀ ਜਾਵੇ ਨਾ ਘਰ ਦਾ, ਹਰ ਇੱਕ ਚੀਜ਼ ਬੰਦ ਹੋ ਜਾਂਦੀ, ਹਰ ਇੱਕ ਚੀਜ਼, ਕੁਛ ਨਹੀਂ ਚੱਲਦਾ ਜੇ ਲਾਈਟ ਚਲੀ ਜਾਵੇ। ਲਾਈਟ ਹੈ, એનર્ਜੀ ਹੈ ਤੇ ਸਾਰਾ ਕੁਝ ਹੈ। ਪਰਮੇਸ਼ਰ ਦੀ ਸ਼ਕਤੀ ਹੈ ਤੇ ਆਪਾਂ ਚੱਲ ਰਹੇ ਹਾਂ। ਜਿਸ ਦਿਨ ਸ਼ਕਤੀ ਨਿਕਲ ਗਈ, ਸਤਿਗੁਰੂ ਕਹਿੰਦੇ ਜੋਤ ਖਿੰਚੈ ਢਹਿ ਢੇਰੀ ਹੋਏ। ਜਿੱਦਣ ਉਹਨੇ ਜੋਤ ਖਿੱਚ ਲਈ ਨਾ ਇਦਾਂ, ਬਸ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਮਿੱਟੀ ਦੀ ਢੇਰੀ ਹੈ, ਦੂਸਰਾ ਕੁਛ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਸਤਿਗੁਰੂ ਕਹਿੰਦੇ ਤੂੰ ਤਾਂ ਪਾਣੀ ਦੇ ਬੁਲਬੁਲੇ ਵਾਂਗ ਹੈ। ਕਿੱਡਾ ਵੱਡਾ ਜੀਵਨ ਸਮਝ ਲਿਆ ਅਸੀਂ ਸਾਰਿਆਂ ਨੇ, ਆਪਾਂ ਸਾਰੇ ਵਿੱਚ ਹੀ ਆ। ਕਿੱਡਾ ਵੱਡਾ ਜੀਵਨ ਸਮਝ ਲਿਆ। ਹਰ ਇੱਕ ਬੰਦੇ ਨੇ ਆਪਣਾ ਜੀਵਨ ਕਿੱਡਾ ਵੱਡਾ ਸਮਝਿਆ ਹੋਇਆ ਹੈ ਵੀ ਮੈਂ ਤਾਂ ਬਹੁਤ ਜਿਉਣਾ, ਹਲੇ ਮੈਂ ਮਰਨਾ ਥੋੜਾ। ਮੈਂ ਤੁਸੀਂ ਮਰਨ ਦੀ ਗੱਲ ਕਰਿਓ ਕਿਸੇ ਨਾਲ, ਕਿਸੇ ਬੰਦੇ ਨਾਲ ਤੁਸੀਂ ਮਰਨ ਦੀ ਗੱਲ ਕਰਿਓ, ਉਹ ਤੁਹਾਨੂੰ ਕਹੇਗਾ ਵੀ ਤੂੰ ਸਾਇਲੈਂਟ ਹੋ ਜਾ, ਚੁੱਪ ਕਰ ਜਾ, ਵੀ ਤੂੰ ਕੋਈ ਹੋਰ ਚੱਜ ਦੀ ਗੱਲ ਕਰ ਲੈ, ਮਰਨ ਦੀ ਗੱਲ ਕਿੱਥੇ ਤੋਰ ਲਈ। ਭਾਵ ਅਸੀਂ ਮਰਨ ਦੀ ਗੱਲ ਆਪਣੇ ਅੰਦਰ ਵਸਾਉਣੀ ਤਾਂ ਕੀ, ਅਸੀਂ ਸੁਣਨੀ ਵੀ ਨਹੀਂ ਚਾਹੁੰਦੇ ਕਿ ਮਰਨ ਉਹ ਕੀ ਹੁੰਦਾ। ਖਾਣਾ ਪੀਣਾ, ਹੱਸਣਾ ਸੌਣਾ, ਗੁਰੂ ਜੀ ਨੂੰ ਪੁੱਛੋ ਵੀ ਅਸੀਂ ਮਰਨਾ ਭੁੱਲ ਗਏ, ਯਾਦ ਕੀ ਰਹਿ ਗਿਆ ਜੀ। ਹੁਣ ਮਨ 'ਚ ਝਾਤੀ ਮਾਰਾਂਗੇ ਆਪਾਂ ਸਾਰੇ ਆਪਣੇ ਵੀ ਸਾਨੂੰ ਚੇਤੇ ਕੀ ਹੈ। ਸਤਿਗੁਰੂ ਦੱਸਦੇ ਨੇ ਵੀ ਤੈਨੂੰ ਚੇਤੇ ਕੀ ਹੈ। ਸਤਿਗੁਰੂ ਕਹਿੰਦੇ ਖਾਣਾ ਪੀਣਾ, ਹੱਸਣਾ ਸੌਣਾ। ਖਾਣਾ ਕਿਹਨੂੰ ਪਸੰਦ ਨਹੀਂ? ਜਦੋਂ ਵਿਆਹ 'ਤੇ ਜਾਂਦੇ ਹਾਂ ਦੇਖੋ, ਫਿਰ ਭਾਵੇਂ ਡਾਕਟਰ ਕੋਲ ਜਾ ਕੇ 200-400 ਦੀ ਦਵਾਈ ਸਾਨੂੰ ਲੈਣੀ ਪੈਂਦੀ ਹੈ, ਪਰ ਵਿਆਹ ਵਿੱਚ ਜਿੰਨੀਆਂ ਚੀਜ਼ਾਂ ਨੇ ਹਰ ਇੱਕ ਦਾ ਟੇਸਟ ਅਸੀਂ ਜ਼ਰੂਰ ਚੱਖਾਂਗੇ। ਖਾਣਾ ਪੀਣਾ, ਹੱਸਣਾ। ਕਿੰਨਾ ਮਨੁੱਖ ਜ਼ਿੰਦਗੀ 'ਚ ਹੱਸਦਾ ਹੈ, ਪਰ ਇਹਨੂੰ ਇਹ ਨਹੀਂ ਪਤਾ ਜਿੰਨਾ ਹੱਸਦਾ ਹੈ ਉਹ ਤੋਂ ਦੁੱਗਣਾ ਰੋਣਾ ਵੀ ਪਏਗਾ। ਆਖੋ ਸਤਨਾਮ। ਕਿਉਂਕਿ ਹੱਸਣ ਦੇ ਨਾਲ ਲਿੰਕ ਹੈ ਰੋਣ ਦਾ। ਜਿੰਨਾ ਜੀਵਨ 'ਚ ਹਾਸਾ, ਉਹ ਤੋਂ ਦੁੱਗਣਾ ਜ਼ਿੰਦਗੀ ਦੇ ਵਿੱਚ ਰੋਣ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਪਣੇ ਜੀਵਨ ਨੂੰ ਬੈਲੈਂਸ ਬਣਾ ਕੇ ਰੱਖ। ਖੁਸ਼ੀ ਦੇ ਵਿੱਚ ਇੰਨਾ ਨਾ ਫੁੱਲਿਆ ਸਮਾ ਕਿ ਜਦੋਂ ਤੇਰੀ ਜ਼ਿੰਦਗੀ 'ਚ ਦੁੱਖ ਆਵੇ ਤੇ ਤੈਥੋਂ ਸਹਾਰਿਆ ਹੀ ਨਾ ਜਾਵੇ। ਆਪਣੀ ਜ਼ਿੰਦਗੀ ਨੂੰ ਇਤਨਾ ਕੁ ਕੰਟਰੋਲ ਕਰ ਲੈ, ਇੰਨਾ ਬੈਲੈਂਸ ਬਣਾ ਲਾ ਆਪਣੀ ਜ਼ਿੰਦਗੀ ਦਾ। ਦੁੱਖ ਆਵੇ ਤਾਂ ਵੀ ਉਹੋ ਜਿਹਾ, ਸੁੱਖ ਆਵੇ ਤਾਂ ਵੀ ਉਹੋ ਜਿਹਾ। ਗੁਰੂ ਸਾਹਿਬ ਸਿਖਾ ਕੇ ਨਹੀਂ ਗਏ? ਕਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਸਨੀ ਲੱਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟਾਵਾਂ ਹੁੰਦੀਆਂ ਸੀ, ਮਖਮਲੀ ਜੋੜੇ, ਹਾਂਜੀ, ਲੱਖਾਂ ਰੁਪਏ ਦੇ ਚੰਦੋਏ ਮਹਾਰਾਜ ਤੇ ਝੁਲਦੇ, ਇਉਂ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੇਵਾ 'ਚ ਹਾਜ਼ਰ ਰਹਿੰਦੇ ਅਨੰਦਪੁਰ ਸਾਹਿਬ। ਫਿਰ ਗੁਰੂ ਸਾਹਿਬ ਨੂੰ ਵੇਖੋ ਮਾਛੀਵਾੜੇ ਦੇ ਜੰਗਲ 'ਚ, ਕੋਈ ਤਾਜ ਨਹੀਂ, ਕੋਈ ਬਾਜ ਨਹੀਂ, ਕੋਈ ਘੋੜਾ ਨਹੀਂ, ਕੋਈ ਜੋੜਾ ਨਹੀਂ। 2 ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਕੇ ਆਏ ਹੈ ਚਮਕੌਰ ਸਾਹਿਬ। 2 ਦੀ ਖਬਰ ਕੋਈ ਨਹੀਂ, ਬੁੱਢੜੀ ਮਾਂ ਦੀ ਖਬਰ ਕੋਈ ਨਹੀਂ, ਕੋਲ ਕੁਛ ਵੀ ਨਹੀਂ ਗੁਰੂ ਕਲਗੀਧਰ ਜੀ ਦੇ। ਉਹ ਗੁਰੂ ਕਲਗੀਧਰ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੱਖਾਂ ਦੀਆਂ ਭੇਟਾਵਾਂ ਚਰਨਾਂ 'ਚ ਰੁਲਦੀਆਂ ਸੀ। ਤੇ ਅੱਜ ਕੀ ਹੈ? ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਪਏ ਹੈ। ਟਿੰਡ ਦਾ ਸਰਾਣਾ ਲੈ ਕੇ ਸੁੱਤੇ ਪਏ ਹੈ। ਉੱਥੇ ਵੀ ਮਨ ਵਿੱਚ ਕੋਈ ਰੋਸ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ, ਕੋਈ ਤਾਨਾ ਨਹੀਂ।
ਐਡਾ ਵੱਡਾ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਕੰਮ ਕਰਕੇ ਗੁਰੂ ਕਲਗੀਧਰ ਮਹਾਰਾਜ ਜੀ ਉਸ ਜੰਗਲ ਵਿੱਚ ਪਏ ਹੋਏ ਵੀ ਕੋਈ ਤਾਨਾ ਨਹੀਂ, ਕੋਈ ਮਿਹਣਾ ਨਹੀਂ। ਉੱਥੇ ਵੀ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਸਿਖਾ ਹੀ ਰਹੇ ਨੇ ਸਾਨੂੰ ਵੀ ਪੁੱਤਰ ਸ਼ਹੀਦ ਕਰਵਾ ਕੇ ਆਇਆ, ਜੰਗਲ 'ਚ ਪਿਆ, ਤੇ ਉੱਥੇ ਵੀ ਕਹਿੰਦੇ ਸਤਿਗੁਰੂ ਮਹਾਰਾਜ ਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਉੱਥੇ ਭਾਣਾ ਮੰਨਦੇ ਆ। ਜ਼ਿੰਦਗੀ ਹਰ ਇੱਕ ਚੀਜ਼ ਜ਼ਿੰਦਗੀ ਦੀ ਸਾਨੂੰ ਸਿਖਾ ਰਹੀ ਹੈ। ਹਰ ਇੱਕ ਚੀਜ਼ ਜ਼ਿੰਦਗੀ ਦੀ ਸਾਨੂੰ ਸੁਨੇਹਾ ਦੇ ਰਹੀ ਹੈ। ਜਿੰਨਾ ਬੂਰ ਪਿਆ ਉਹਨਾਂ ਫਲ ਨਹੀਂ ਪੈਣਾ। ਹਨੇਰੀਆਂ ਨੇ, ਝਖੜਾਂ ਨੇ ਅੱਧਾ ਕਬੂਰ ਖਤਮ ਕਰ ਦੇਣਾ ਹੈ, ਅੱਧਾ ਫਲ ਰਹਿ ਜਾਣਾ। ਫਿਰ ਉਹ ਅੰਬ ਲੱਗੇ ਹੋਏ ਵੱਡੇ ਹੋਣੇ ਥੋੜੇ ਥੋੜੇ, ਫਿਰ ਹਨੇਰੀਆਂ ਝੱਖੜ ਚੱਲਣੇ ਨੇ ਜ਼ਬਰਦਸਤ। ਵੱਡੇ ਵੱਡੇ ਹੋਏ ਅੰਬ ਫਲ ਕਹਿ ਲਓ, ਉਹਨਾਂ ਹਨੇਰੀਆਂ ਨੇ ਅੱਧ ਕੱਚੇ ਜੇ ਤੋਂ ਸਾਧ ਸੰਗਤ ਜੀ ਹੇਠਾਂ ਡਿੱਗ ਦੇਣੇ ਨੇ। ਹੋਰ ਵੱਡੇ ਹੋਣਗੇ, ਹਲੇ ਪੱਕੇ ਨਹੀਂ ਅੰਬ, ਵੱਡੇ ਹੋ ਗਏ, ਹਨੇਰੀ ਆਏ, ਝੱਖੜ ਆਏ, ਉਹ ਵੀ ਟੁੱਟ ਕੇ ਪਰੇ ਹੋ ਗਏ। ਸਾਧ ਸੰਗਤ ਜੀ ਪੱਕੇ ਹੋਏ ਤਾਂ ਆ ਮੁੱਠੀ ਕੁ ਭਾਰੀ ਰਹਿੰਦੇ ਆ। ਪੱਕੇ ਹੋਏ ਨਾ ਮੁੱਠੀ ਕੀ ਭਰ ਰਹਿੰਦੇ, ਥੋੜੇ ਜਿਹੇ ਰਹਿੰਦੇ, ਤੇ ਬਾਕੀ ਸਭ ਝੜ ਕੇ ਪਾਸੇ। ਬਾਰੇ ਬੂਢੇ ਤੁਰਨੇ ਭਈਆ, ਸਭ ਹੂੰ ਜਮ ਲੈ ਜਹੀਏ ਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਭਾਵੇਂ ਕੋਈ ਬੁੱਢਾ ਹੈ, ਭਾਵੇਂ ਕੋਈ ਬੱਚਾ ਹੈ, ਤੇ ਇੱਥੇ ਜਿਹਦੀ ਵਾਰੀ ਆਏਗੀ, ਇਹ ਤਾਂ ਵਾਰੀ ਦਾ ਸਿਸਟਮ ਹੈ ਸਾਰਾ। ਜਿਹਦੀ ਵਾਰੀ ਆ ਗਈ ਉਹਨੂੰ ਜਾਣਾ ਹੀ ਪੈਣਾ, ਕੋਈ ਰੋਕ ਨਹੀਂ ਸਕਦਾ। ਇੱਥੇ ਰਿਹਾ ਨਾ ਜਗਤ ਵਿੱਚ ਕੋਈ, ਵਾਰੀ ਆਈ ਤੁਰ ਜਾਵਣਾ। ਇੱਥੇ ਰਿਹਾ ਨਾ ਜਗਤ ਵਿੱਚ ਕੋਈ, ਵਾਰੀ ਆਈ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ, ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਇੱਥੇ ਰਿਹਾ ਨਾ ਜਗਤ ਵਿੱਚ ਕੋਈ, ਵਾਰੀ ਆਈ ਤੁਰ ਜਾਵਣਾ। ਇੱਥੇ ਰਿਹਾ ਨਾ ਜਗਤ ਵਿੱਚ ਕੋਈ, ਵਾਰੀ ਆਈ ਤੁਰ ਜਾਵਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਰਾਣਾ ਰਾਓ ਨਾ ਕੋ ਰਹਿ।
ਹੁਣ ਜੇ ਕੋਈ ਬੰਦਾ ਇਹ ਕਵੇ ਨਾ ਵੀ ਮੇਰੇ ਕੋਲ ਬਹੁਤ ਧਨ ਦੌਲਤ ਹੈ, ਵੀ ਮੈਂ ਆਪਣੇ ਆਪ ਨੂੰ ਬਚਾ ਲਾਂਗਾ, ਸਤਿਗੁਰੂ ਕਹਿੰਦੇ ਉਹਦੇ ਤੋਂ ਵੱਡਾ ਮੂਰਖ ਸੰਸਾਰ ਵਿੱਚ ਕੋਈ ਨਹੀਂ। ਸਾਰੀ ਜ਼ਿੰਦਗੀ ਦੀ ਧਨ ਦੌਲਤ ਇਕੱਠੀ ਕਰਕੇ ਇੱਕ ਸਾਹ ਵੀ ਨਹੀਂ ਮਿਲਣਾ। ਆਖੋ ਸਤਨਾਮ। ਇੱਕ ਸਾਹ ਵੀ ਨਹੀਂ ਮਿਲਣਾ। ਵੈਸੇ ਡਾਕਟਰ ਦੇ ਦਿੰਦੇ ਨੇ ਸਾਹ ਮੁੱਲ, ਉਹ ਵੀ ਸਾਹਸ ਨਹੀਂ, ਝੂਠੇ ਹੀ ਹੁੰਦੇ, ਵੈਸੇ ਤਾਂ ਪੈਸੇ ਹੀ ਬਣਾਉਂਦੇ ਆ। ਸਾਰੇ ਨਹੀਂ, ਪਰ ਬਹੁਤਾਤ ਗਿਣਤੀ ਦੇ ਵਿੱਚ ਨਕਲੀ ਸਾਹ ਦੇ ਕੇ ਹੀ ਸਾਹਸ ਨਹੀਂ, ਲੱਖਾਂ ਰੁਪਇਆ ਬੰਦੇ ਦਾ ਖਤਮ ਕਰ ਦਿੰਦੇ। ਬਚਦਾ ਫਿਰ ਵੀ ਨਹੀਂ, ਫਿਰ ਵੀ ਨਹੀਂ ਬਚਦਾ। ਕਮਾਲ ਹੋ ਗਈ। ਇੱਕ ਸਾਹ ਵੀ ਸਾਰੀ ਜ਼ਿੰਦਗੀ ਦੀ ਦੌਲਤ ਇੱਕ ਪਾਸੇ, ਸਾਰੀ ਜ਼ਿੰਦਗੀ ਦੀ ਕਮਾਈ, ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ, ਇੱਕ ਸਾਹ ਇੱਕ ਪਾਸੇ, ਤਾਂ ਵੀ ਸਾਧ ਸੰਗ ਜੀ ਸੌਦਾ ਨਹੀਂ ਬਣਦਾ, ਤਾਂ ਵੀ ਸੌਦਾ ਨਹੀਂ ਬਣਦਾ। ਸਾਰੀ ਜ਼ਿੰਦਗੀ ਦੀ ਕਮਾਈ ਦੇ ਕੇ ਵੀ ਇੱਕ ਸਾਹ ਮੁੱਲ ਨਹੀਂ ਲਿਆ ਜਾ ਸਕਦਾ। ਪਰ ਸਾਡੀ ਜ਼ਿੰਦਗੀ ਵਿੱਚ 24,000 ਰੋਜ਼ ਫ੍ਰੀ ਆਫ ਕਾਸਟ ਮਿਲ ਰਹੇ ਨੇ। ਫ੍ਰੀ ਆਫ ਕਾਸਟ, ਬਿਨਾਂ ਕੀਮਤ ਤੋਂ, ਬਿਨਾਂ ਕੀਮਤ ਤੋਂ ਕਿੰਨੇ ਮਿਲਦੇ ਨੇ ਜੀ? ਇੱਕ ਨਹੀਂ, 100 ਨਹੀਂ, 24 ਘੰਟਿਆਂ ਵਿੱਚ ਕਿੰਨੇ ਮਿਲਦੇ ਨੇ ਜੀ? 24,000। 24,000 ਗਿਣਨਾ ਹੋਵੇ ਬਹੁਤ ਹੋ ਜਾਂਦਾ। ਕੋਈ ਮੁੱਲ ਨਹੀਂ, ਇੱਕ ਪੈਸਾ ਵੀ ਨਹੀਂ। 24,000 ਮਿਲ ਰਿਹਾ। 24,000 ਸਾਹ 24 ਘੰਟਿਆਂ ਵਿੱਚ ਲੈ ਕੇ ਕਦੇ ਆਪਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ? ਫਿਰ ਰੋਈ ਜਾਂਦੇ। ਇੱਕ ਸਾਹ ਸਾਰੀ ਜ਼ਿੰਦਗੀ ਦੀ ਕਮਾਈ ਦੇ ਕੇ ਵੀ ਨਹੀਂ ਮੁੱਲ ਮਿਲ ਰਿਹਾ, ਕਿੱਥੇ 24 ਘੰਟੇ ਮੁਫਤ ਮਿਲ ਰਹੇ ਨੇ। ਤੇ ਜੇ ਫਿਰ ਵੀ ਸ਼ੁਕਰ ਨਹੀਂ ਮਨਾਉਂਦਾ, ਫਿਰ ਮਨਾਊਗਾ ਕਿੱਥੇ? ਜੇ ਫਿਰ ਵੀ ਰੋਂਦਾ ਰਿਹਾ, 24,000 ਰੋਜ਼ ਮਿਲਦੇ ਆ, ਫਿਰ ਵੀ ਆਪਾਂ ਕਦੇ ਸ਼ੁਕਰ ਨਹੀਂ ਕੀਤਾ। ਜੇ ਕੀਤਾ ਤਾਂ ਦੱਸੋ? ਨਹੀਂ ਕਰਦੇ। ਅੰਦਰੋਂ ਕਦੇ ਸ਼ੁਕਰ ਨਹੀਂ ਕੀਤਾ ਵੀ ਹੇ ਅਕਾਲ ਪੁਰਖ ਰੱਬ ਜੀ, ਤੁਸੀਂ 24,000 ਸਾਨੂੰ ਰੋਜ਼ ਦਿੰਦੇ ਹੋ, ਔਰ ਸਾਤੋਂ ਲੈਂਦੇ ਵੀ ਕੁਝ ਨਹੀਂ। ਦੇਖੋ ਕੈਸੀ ਡੀਲ ਹੈ, ਕੈਸਾ ਸੌਦਾ ਹੈ। ਨਹੀਂ, ਉਹ ਡਾਕਟਰ ਕੱਲਾ ਕੱਲਾ ਸਾਹ ਕਰਾਓ ਜੀ 20,000 ਜਮ੍ਹਾਂ ਕਰਾਓ ਜੀ 50,000 ਜਮ੍ਹਾਂ, 2-4 ਦਿਨਾਂ ਵਿੱਚ ਸਾਧ ਸੰਗਤ ਜੀ ਸਾਰਾ ਘਰ ਹੀ ਖਤਮ ਕਰ ਦਿੰਦੇ ਆ। ਉਹ ਗਰੀਬ ਬੰਦਾ ਤਾਂ ਇਲਾਜ ਹੀ ਨਹੀਂ ਕਰਾ ਸਕਦਾ, ਪਰ 24,000 ਮਿਲਦੇ ਆ। ਸਤਿਗੁਰੂ ਕਹਿੰਦੇ ਇਹਨਾਂ ਨੂੰ ਸੰਭਾਲ। ਇਹ ਵੱਧ ਨਹੀਂ ਰਹੇ, ਇਹ ਘਟ ਰਹੇ ਨੇ। ਅੱਜ ਜਿਹੜੇ 24,000 ਨਿਕਲ ਗਏ, ਕੱਲ ਨੂੰ ਜਿਹੜੇ ਅਗਲੇ ਆਉਣੇ ਉਹ ਅਗਲੀ ਕਾਊਂਟਿੰਗ ਦੇ ਵਿੱਚ ਹੈ, ਅਗਲੀ ਗਿਣਤੀ ਵਿੱਚ ਹੈ। ਪਿੱਛੇ ਵਾਲੇ ਖਤਮ ਹੋ ਗਏ। 24,000 ਕਰਕੇ ਰੋਜ਼ ਦੀ ਰੋਜ਼ ਲਾਸ ਹੁੰਦੇ ਜਾਂਦੇ, ਘਟਦੇ ਜਾਂਦੇ। ਤੇ ਜਿੱਦਣ ਘਟ ਗਏ, ਜਿੱਦਣ ਊਣੇ ਹੋ ਗਏ, ਊਣਾ ਤਾਂ ਹੁਣ ਹਰ ਇੱਕ ਚੀਜ਼ ਊਣੀ ਹੁੰਦੀ ਹੈ। ਜੇਬ 'ਚ ਪਾ ਲਓ 1000 ਰੁਪਇਆ, ਖਰਚਣਾ ਸ਼ੁਰੂ ਕਰ ਦਿਓ, ਘਟੂਗਾ ਨਹੀਂ? ਟੈਂਕੀ ਪਾਣੀ ਦੀ ਭਰੀ ਹੈ, ਟੂਟੀ ਖੋਲ ਦਿਓ, ਵਰਤੋ, ਘਟੂਗੇ ਨਹੀਂ? ਘਟ ਘਟ ਕੇ ਖਾਲੀ ਹੋ ਜਾਣੇ ਹੈ। ਜੇਬ ਭਰੀ ਹੈ ਪੈਸਿਆਂ ਦੀ, ਖਰਚਣ ਲੱਗ ਪਏ, ਖਾਲੀ ਹੋ ਰਹੀ ਹੈ, ਖਾਲੀ ਹੋ ਜਾਏਗੀ। ਜੇਬ ਤਾਂ ਪੈਸਿਆਂ ਨਾਲ ਦੁਆਰੇ ਭਰ ਜੂ, ਟੈਂਕੀ ਵਿੱਚ ਤਾਂ ਪਾਣੀ ਵੀ ਦੁਆਰੇ ਭਰ ਜੂ ਮੋਟਰ ਨਾਲ, ਪਰ ਜਿਹੜੇ ਸਾਹ ਨਿਕਲ ਕੇ ਉਹ ਦੁਆਰੇ ਨਹੀਂ ਪੈਣੇ। ਕਰਨਾ ਵੀ ਕੀ ਪਏਗਾ? ਉਹਨਾਂ ਸਾਹਾਂ ਨੂੰ ਸੇਵ ਕਰਨਾ ਪਏਗਾ, ਬਚਾਉਣਾ ਪਏਗਾ। ਕੱਲੇ ਕੱਲੇ ਸਾਹ ਨੂੰ ਸੰਭਾਲ ਕੇ ਰੱਖਣਾ ਪਵੇਗਾ। ਜਿਹੜੀ ਚੀਜ਼ ਸਾਨੂੰ ਦਿਸਦੀ ਹੈ ਨਾ ਵੀ ਘਟਦੀ ਜਾ ਰਹੀ, ਉਹਨੂੰ ਸੰਭਾਲਣਾ ਪਵੇਗਾ। ਅੱਜ ਦਿੱਕਤ ਆ ਰਹੀ ਵੀ ਪਾਣੀ ਡੂੰਘਾ ਹੋ ਰਿਹਾ, ਪਾਣੀ ਘਟ ਰਿਹਾ,
ਕੀ ਕਰਨਾ ਪਏਗਾ ਜੀ? ਪਾਣੀ ਸੇਵ ਕਰਨਾ ਪਏਗਾ। ਉਹਨੂੰ ਸਾਧ ਸੰਗਤ ਜੀ ਤਰੀਕੇ ਨਾਲ ਵਰਤਣਾ ਪਵੇਗਾ, ਤਾਂ ਬਚਾਇਆ ਜਾ ਸਕਦਾ ਹੈ, ਤਾਂ ਕੁਝ ਸਮਾਂ ਉਹਦੇ ਨਾਲ ਸਾਡਾ ਨਿਕਲ ਸਕਦਾ ਹੈ। ਅੱਜ ਪਾਣੀ ਦੂਸ਼ਿਤ ਹੈ, ਅੱਜ ਹਵਾ ਦੂਸ਼ਿਤ ਹੈ। ਹਵਾ ਵੀ ਸਾਡੀ ਕੋਈ ਬਹੁਤੀ ਚੰਗੀ ਨਹੀਂ, ਪਾਣੀ ਵੀ ਸਾਡਾ ਕੁਦਰਤੀ ਸਰੋਤਾਂ ਦਾ ਕੁਝ ਚੰਗਾ ਨਹੀਂ ਰਿਹਾ, ਇਹ ਵੀ ਖਤਮ ਹੋ ਗਿਆ। ਕੁਦਰਤ ਦੀ ਹਰ ਇੱਕ ਚੀਜ਼ ਨਾਲ ਅੱਜ ਦੇ ਮਨੁੱਖ ਨੇ ਛੇੜਛਾੜ ਕੀਤੀ ਹੈ। ਜਿਵੇਂ ਕੁਦਰਤ ਦੀ ਹਰ ਇੱਕ ਚੀਜ਼ ਨਾਲ ਛੇੜਛਾੜ ਕੀਤੀ ਹੈ, ਉਵੇਂ ਆਪਣੇ ਸਾਹਾਂ ਨਾਲ ਕਰ ਰਿਹਾ ਹੈ। ਇਹਨਾਂ ਨੂੰ ਵੀ ਅਜਾਈਓਂ ਗਵਾ ਰਿਹਾ ਹੈ। 24,000 ਮਿਲਦੇ ਆ ਭੰਗ ਦੇ ਪਹਾੜੇ, ਭੰਗ ਦੇ ਪਹਾੜੇ ਜਾਂਦੇ ਆ ਸਾਡੇ। ਕਿਉਂ? ਰੈਣ ਗਵਾਈ, ਰੈਣ ਗਵਾਈ ਸੋਇਕ ਹੈ। 24,000 ਦੇ ਵਿੱਚੋਂ 12,500 ਤਾਂ ਸੁੱਤਿਆਂ ਦੇ ਲੰਘ ਗਏ, ਕਿਸੇ ਲੇਖੇ 'ਚ ਨਹੀਂ। ਸੁੱਤਿਆਂ ਦੇ ਕਿਸੇ ਲੇਖੇ 'ਚ ਨਹੀਂ। 12,500 ਉਹ ਖਤਮ ਹੋ ਗਏ, ਕੱਟ ਹੋ ਗਏ, ਵਿੱਚੋਂ ਰਹਿ ਗਏ 12,500। ਤੇ ਜਿਹੜੇ 12,500 ਰਹੇ ਦਿਨ ਦੇ, ਉਹ ਕੀ ਕਹਿੰਦੇ ਮਹਾਰਾਜ? ਕਹਿੰਦੇ ਦਿਵਸ ਗਵਾਇਆ, ਦਿਵਸ ਗਵਾਇਆ ਖਾਏ, ਦਿਨ ਖਾ ਪੀ ਕੇ ਗੁਜ਼ਾਰਤਾ। 12,500 ਦਿਨ 'ਚ ਖਾ ਪੀ ਕੇ ਕੱਢਤੇ। ਤੇ ਜੇ ਕੋਈ ਨੂੰ ਪੁੱਛੇ ਮਨੁੱਖ ਨੂੰ, ਜੇਕਰ ਸਾਨੂੰ ਕੋਈ ਪੁੱਛੇ ਕੀ ਖੱਟਿਆ, ਤਾਂ ਖਾਲੀ ਪੱਲਾ ਹੀ ਸਾਹਮਣੇ ਹੈ, ਹੋਰ ਕੁਝ ਨਹੀਂ ਹੈ ਸਾਡੇ ਕੋਲ। ਸਾਡਾ ਪੱਲਾ ਖਾਲੀ ਹੈ। ਗੁਰੂ ਸਾਹਿਬ ਕਹਿੰਦੇ 100 ਉਲਾਮੇ ਦਿਨ ਹੈ ਕਿ ਜਿਹੜਾ ਮਨੁੱਖ ਆਪਣੇ ਸਾਹਾਂ ਨੂੰ ਨਹੀਂ ਸੰਭਾਲਦਾ, ਜਿਹੜਾ ਬੰਦਾ ਆਪਣੇ ਸਾਹਾਂ ਦੀ ਕਦਰ ਕੀਮਤ ਨਹੀਂ ਜਾਣਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ 100 ਉਲਾਮੇ ਦਿਨ ਹੈ ਕਿ ਉਹਨੂੰ ਦਿਨ ਦੇ 100 ਉਲਾਮੇ ਮਿਲਦੇ ਆ ਰੱਬ ਵੱਲੋਂ। ਰਾਤੀ ਮਿਲਣ ਸਹੰਸ, ਸਹੰਸ ਕਹਿੰਦੇ ਨੇ ਹਜ਼ਾਰਾਂ ਨੂੰ, ਹਜ਼ਾਰਾਂ ਮਿਲਦੇ ਨੇ ਉਹਨੂੰ ਰਾਤ ਦੇ, ਜਿਹੜੀ ਸੌਂ ਕੇ ਗੁਜ਼ਾਰ ਦਿੱਤੀ। ਇਹਦਾ ਭਾਵ ਇਹ ਨਹੀਂ ਵੀ ਸੌਣਾ ਹੀ ਨਹੀਂ ਹੈ ਹੁਣ, ਇਹਦਾ ਭਾਵ ਇਹ ਨਹੀਂ ਵੀ ਸੌਣਾ ਹੀ ਨਹੀਂ, ਸੌਣਾ ਹੈ। ਸਰੀਰ ਦੀ ਸਾਧ ਸੰਗਤ ਜੀ, ਸਰੀਰ ਨੂੰ ਰੈਸਟ ਦੇਣੀ ਹੈ, ਪਰ ਸਾਡਾ ਸੌਣਾ ਵੇਖ ਲਓ ਕਿਹੋ ਜਿਹਾ। ਪਤਾ ਹੀ ਹੈ ਆਪਾਂ ਨੂੰ ਵੀ ਸਾਡਾ ਸੌਣਾ ਕਿਹੋ ਜਿਹਾ, ਫਿਕਰ ਹੀ ਨਹੀਂ ਕੋਈ। ਖਾ ਕੇ ਸੌਂ ਜਾਂਦੇ ਆ, ਮਰਜ਼ੀ ਨਾਲ ਉੱਠਦੇ ਆ ਸੁਬਾਹ ਨੂੰ, ਮਰਜ਼ੀ ਨਾਲ। 100 ਉਲਾਮੇ ਦਿਨ ਹੈ ਕਿ ਰਾਤੀ ਮਿਲਣ ਸਹੰਸ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ 100 ਦਿਨ ਦੇ, ਹਜ਼ਾਰਾਂ ਰਾਤ ਦੇ ਉਲਾਂਬੇ ਪਰਮੇਸ਼ਰ ਵੱਲੋਂ ਆ ਰਹੇ ਨੇ। ਕਿਸ ਬੰਦੇ ਨੂੰ ਜੀ? ਕਹਿੰਦੇ ਸਿਫਤ ਸਲਾਹਣ ਛੱਡ ਕੇ, ਜਿਹੜਾ ਬੰਦਾ ਅਕਾਲ ਪੁਰਖ ਦਾ ਸ਼ੁਕਰ ਛੱਡ ਕੇ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਹਿੰਦੇ ਜਿਹੜਾ ਬੰਦਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਛੱਡ ਕੇ, ਉਹਦਾ ਸ਼ੁਕਰਾਨਾ ਛੱਡ ਕੇ, ਕਹਿੰਦੇ ਭੈੜੀਆਂ ਕੁਰੀਤੀਆਂ 'ਚ ਲੱਗਿਆ ਹੋਇਆ, ਉਹਨੂੰ ਦਿਨ ਦੇ 100 ਤੇ ਹਜ਼ਾਰਾਂ ਰਾਤ ਦੇ ਉਲਾਂਭੇ ਮਿਲ ਰਹੇ ਹੈ। ਵੀ ਜਿਸ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ, ਉਹਦਾ ਕੋਈ ਸ਼ੁਕਰ ਨਹੀਂ, ਕੋਈ ਸ਼ੁਕਰ ਨਹੀਂ ਉਹਦਾ, ਕੋਈ ਸ਼ੁਕਰਾਨਾ ਨਹੀਂ। ਸਾਧ ਸੰਗਤ ਜੀ, ਆਪਣੇ ਜੀਵਨ ਦੇ ਸਾਹਾਂ ਨੂੰ ਸੰਭਾਲੀਏ, ਇਹਨਾਂ ਦੀ ਕਦਰ ਜਾਣੀਏ। ਇਹ ਸਾਧ ਸੰਗਤ ਜੀ ਸਾਨੂੰ ਇਹ ਕਹਿ ਲਓ ਵੀ ਸਾਨੂੰ ਉਧਾਰੇ ਮਿਲੇ ਹੋਏ ਆ ਬਸ। ਜਿਵੇਂ ਕਿਸ਼ਤਾਂ ਦੇ ਵਿੱਚ ਨਹੀਂ ਹੁੰਦਾ, ਕਿਸ਼ਤਾਂ 'ਚ ਕਿਸ਼ਤਾਂ ਪਰਮੇਸ਼ਰ ਕਿਸ਼ਤਾਂ ਦੇ ਵਿੱਚ ਪੈਸੇ ਜਿਵੇਂ ਕੋਈ ਲੈਂਦਾ ਨਾ, ਕਿਸ਼ਤਾਂ 'ਚ ਵੀ 5,000 ਦੀ ਕਿਸ਼ਤ ਜਿਹੜੀ ਹੈ ਉਹ ਮਹੀਨੇ ਦੀ ਬਣ ਗਈ, ਉਵੇਂ ਪਰਮੇਸ਼ਰ 24,000 ਦੇ ਹਿਸਾਬ ਨਾਲ ਰੋਜ਼ ਕਿਸ਼ਤਾਂ ਵਾਪਸ ਲਈ ਜਾਂਦਾ ਹੈ। ਤੇ ਜਿੱਦਣ ਕਿਸ਼ਤਾਂ ਗਈਆਂ ਮੁੱਕ, ਉਦਣ ਸਾਡਾ ਭੋਗ ਪੈ ਜਾਣਾ। ਪਰ ਇਹ ਨਹੀਂ ਪਤਾ ਇਹ ਕਿਸ਼ਤਾਂ ਕਦੋਂ ਮੁੱਕ ਜਾਣ। ਇਸ ਕਰਕੇ ਆਪਣੇ ਜੀਵਨ ਨੂੰ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ,
ਕਹਿੰਦੇ ਗੁਰੂ ਨਾਲ ਮਿਲ ਕੇ ਆਪਣੇ ਕਾਰਜ ਸਵਾਰ ਲੈ, ਗੁਰੂ ਨਾਲ ਮਿਲ ਕੇ ਆਪਣੇ ਜੀਵਨ ਨੂੰ ਬਣਾ ਲੈ, ਚੰਗਾ ਕਰ ਲੈ। ਔਦ ਘਟੈ ਦਿਨ ਸਰੈ ਨਾਰੇ ਮਨ, ਗੁਰ ਮਿਲ ਕਾਜ ਸਵਾਰੇ। ਉਮਰ ਸਾਡੀ ਦਿਨ ਤੇ ਰਾਤ ਘਟਦੀ ਜਾ ਰਹੀ ਹੈ, ਇਸ ਕਰਕੇ ਗੁਰੂ ਨਾਲ ਮਿਲ ਕੇ ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਚੰਗਾ ਬਣਾ ਲੈ, ਚੰਗਾ ਜੀਵਨ ਸਿਰਜ ਲੈ। ਨਸ਼ਿਆਂ ਤੋਂ ਰਹਿਤ ਹੋ ਜਾ, ਬੁਰਾਈਆਂ ਤੋਂ ਰਹਿਤ ਹੋ ਜਾ, ਚੰਗਿਆਈਆਂ ਆਪਣੇ ਜੀਵਨ ਚ ਲਿਆ। ਦਇਆ, ਧਰਮ, ਸਤ, ਸੰਤੋਖ, ਸਬਰ ਦੀ ਜ਼ਿੰਦਗੀ, ਇਸ ਤਰ੍ਹਾਂ ਦੇ ਗੁਣ ਆਪਣੀ ਜ਼ਿੰਦਗੀ ਚ ਲਿਆ, ਤਾਂ ਕਿ ਤੇਰੇ ਜਾਣ ਤੋਂ ਬਾਅਦ ਵੀ ਦੁਨੀਆ ਤੈਨੂੰ ਯਾਦ ਕਰੇ। ਜਿਹੜਾ ਬੰਦਾ ਸਾਥ ਨਹੀਂ ਚੰਗੇ ਗੁਣ ਖੱਟ ਕੇ ਜਾਂਦਾ ਹੈ ਨਾ, ਉਹ ਦੁਨੀਆ ਚੋਂ ਭਾਵੇਂ ਚਲਾ ਜਾਵੇ, ਉਹਦੀਆਂ ਚੰਗਿਆਈਆਂ ਨਹੀਂ ਖਤਮ ਹੁੰਦੀਆਂ, ਉਹਦੀਆਂ ਚੰਗਿਆਈਆਂ ਕਦੇ ਵੀ ਨਸ਼ਟ ਨਹੀਂ ਹੁੰਦੀਆਂ। ਬੰਦਾ ਚਲਾ ਜਾਵੇ ਭਾਵੇਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੋਈ ਐਸਾ ਕਰਕੇ ਜਾ ਦੁਨੀਆ ਯਾਦ ਕਰੇ, ਦੁਨੀਆ ਤੈਨੂੰ ਯਾਦ ਕਰੇ ਵੀ ਹਾਂ ਹੈ ਸੀ ਕੋਈ। ਸਾਢੇ ਤ੍ਰੈ ਮਣ ਦੇਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਸੋਣੀ ਵੰਨ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਉਹ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਸਤਿਗੁਰੂ ਕਹਿੰਦੇ ਕੰਮ ਕੀ ਆਇਆ? ਸਰੀਰ ਕੰਮ ਆਇਆ? ਨੈਵਰ, ਕਦੇ ਵੀ ਨਹੀਂ ਕੰਮ ਆਉਂਦਾ। ਸਰੀਰ ਕੰਮ ਨਹੀਂ ਆਉਂਦਾ, ਜਲਾ ਦਿੱਤਾ ਜਾਂਦਾ ਹੈ, ਦੱਬ ਦਿੱਤਾ ਜਾਂਦਾ ਹੈ, ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕੰਮ ਕੀ ਆਉਂਦੇ ਨੇ? ਕੰਮ ਕੀ ਆਉਂਦੇ ਨੇ ਜੀ? ਇਹਦੇ ਕਰਮ, ਕਰਮ ਕੰਮ ਆਉਂਦੇ ਨੇ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਫਰੀਦਾ, ਫਰੀਦਾ ਅਮਲ ਜੇ ਕੀਤੇ, ਅਮਲ ਜੇ ਕੀਤੇ ਦੁਨੀ ਵਿੱਚ, ਦੁਨੀ ਵਿੱਚ ਸੰਸਾਰ ਦੇ ਵਿੱਚ ਜੇਕਰ ਚੰਗੇ ਅਮਲ ਕਮਾਏ ਨੇ, ਚੰਗੇ ਕਰਮ ਕੀਤੇ ਨੇ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਤਾਂ ਦਰਗਹਿ ਆਏ ਕੰਮ ਕੀ ਆਉਣਗੇ? ਸਾਡੇ ਚੰਗੇ ਕਰਮ ਹੀ ਸਾਡਾ ਸਾਥ ਨਿਭਾਉਣਗੇ। ਅਦਰਵਾਈਜ਼ ਨਹੀਂ ਤਾਂ ਸੰਸਾਰ ਵਿੱਚ ਕੁਝ ਵੀ ਕੀਤਾ ਸਾਰਾ ਕੁਝ ਇੱਥੇ, ਜ਼ਮੀਨ ਇੱਥੇ, ਧਨ ਇੱਥੇ, ਬੈਂਕ ਬੈਲੈਂਸ ਇੱਥੇ, ਸਰੀਰ ਵੀ ਇੱਥੇ। ਜਿਹੜਾ ਸਤਿਗੁਰੂ ਕਹਿੰਦੇ ਨਾਲ ਆਇਆ ਸੀ ਨਾ ਸਰੀਰ, ਕਮਾਲ ਦੇਖੋ ਨਾਲ ਨਹੀਂ ਗਿਆ। ਜਿਹੜਾ ਸਰੀਰ ਨਾਲ ਆਇਆ ਸੀ, ਆਇਆ ਤਾਂ ਨਾਲ ਹੀ ਸੀ ਨਾ। ਜਦੋਂ ਜੋਤ ਆਈ ਨਾਲ ਸਰੀਰ ਆਇਆ, ਜਦੋਂ ਜਾਣ ਲੱਗੀ ਜੋਤ ਗਈ, ਕੱਲੀ ਚਲੀ ਗਈ, ਸਰੀਰ ਨੂੰ ਇੱਥੇ ਹੀ ਛੱਡ ਗਈ। ਆਖੋ ਸਤਨਾਮ ਸ਼੍ਰੀ। ਦੇਖੋ ਚਰਜ ਪਰਮੇਸ਼ਰ ਦਾ, ਕਿਉਂਕਿ ਸਰੀਰ ਬਣੇ ਹੀ ਇੱਥੋਂ ਹੈ, ਪੰਜਾਂ ਤੱਤਾਂ ਨਾਲ ਬਣਿਆ, ਪੰਜਾਂ ਤੱਤਾਂ 'ਚ ਵਿਲੀਨ ਹੋ ਗਿਆ, ਮਿਲ ਗਿਆ। ਜੋਤ ਜਿੱਥੋਂ ਆਈ ਸੀ ਉੱਥੇ ਰਲ ਗਈ, ਜੋਤ ਜਿੱਥੋਂ ਆਈ ਸੀ ਉੱਥੇ ਰਲ ਗਈ। ਸਰੀਰ ਪੰਜਾਂ ਤੱਤਾਂ ਨਾਲ ਬਣਿਆ ਸੀ, ਧਰਤੀ, ਆਕਾਸ਼, ਅੱਗ, ਪਾਣੀ, ਹਵਾ, ਇਹਨਾਂ ਪੰਜਾਂ ਤੋਂ ਸਰੀਰ ਬਣਿਆ। ਸਾਰੇ ਮਿਲ ਗਏ ਵਿੱਚ ਹੀ। ਹਵਾ ਹਵਾ 'ਚ ਮਿਲ ਗਈ, ਸਾਹ ਜਿਹੜੇ ਸਾਹ ਗਏ ਹਵਾ 'ਚ ਮਿਲ ਗਏ। ਹਾਂਜੀ, ਸਰੀਰ ਮਿੱਟੀ ਦਾ ਬਣਿਆ ਸੀ, ਉਹ ਮਿੱਟੀ ਬਣ ਗਿਆ, ਵਿੱਚ ਹੀ ਮਿਲ ਗਿਆ। ਅੱਗ, ਤਾਤੀ ਦੀ ਅਗਨੀ ਜਿਹੜੀ ਅੰਦਰ ਜਠਰ ਅਗਨੀ, ਉਹ ਵੀ ਖਤਮ ਹੋ ਗਈ। ਆਪਾਂ ਕਹਿੰਦੇ ਠੰਡਾ ਹੋ ਗਿਆ। ਜਦੋਂ ਬੰਦਾ ਮਰਦਾ ਹੈ ਠੰਡਾ ਨਹੀਂ ਹੋ ਜਾਂਦਾ, ਸਰੀਰ ਪੀਲਾ ਜਿਹਾ ਪੈ ਜਾਂਦਾ, ਉਹਦਾ ਭਾਵ ਇਹ ਵੀ ਉਹਦੇ 'ਚ ਅੱਗ ਖਤਮ ਹੋ ਗਈ, ਅਗਨੀ, ਜਠਰ ਅਗਨੀ ਖਤਮ ਹੋ ਗਈ। ਆਕਾਸ਼ ਤੱਤ, ਅਗਨੀ ਤੱਤ, ਧਰਤੀ ਮਿੱਟੀ ਦਾ ਤੱਤ, ਪਾਣੀ ਦਾ ਤੱਤ ਖਤਮ ਹੋ ਗਿਆ, ਹਵਾ ਦਾ ਤੱਤ ਖਤਮ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ। ਕੀ ਪੱਲੇ ਕੀ ਰਿਹਾ? ਸਤਿਗੁਰੂ ਕਹਿੰਦੇ ਕਰਮ ਰਹੇ। ਕਰਮ, ਕਰਮ ਕੀ ਕੀਤੇ ਹੈ, ਕਮਾਇਆ ਕੀ ਹੈ, ਇਹਨੇ ਜ਼ਿੰਦਗੀ 'ਚ ਖੱਟਿਆ ਕੀ ਹੈ? ਫਰੀਦ ਸਾਹਿਬ ਕਹਿੰਦੇ ਸਭ ਕੁਝ ਨਸ਼ਟ ਹੋ ਗਿਆ, ਸਭ ਕੁਝ ਖਤਮ ਹੋ ਗਿਆ, ਗਿਣੇ ਕੀ ਜਾਣਗੇ। ਸਤਿਗੁਰੂ ਕਹਿੰਦੇ ਨੇ, ਫਰੀਦ ਸਾਹਿਬ ਕਹਿੰਦੇ ਚੰਗੇ ਅਮਲ, ਚੰਗੇ ਕਰਮ ਗਿਣੇ ਜਾਣਗੇ। ਇਸ ਕਰਕੇ ਫਰੀਦ ਸਾਹਿਬ ਕਹਿੰਦੇ ਕੀ ਕਰਨਾ ਹੈ?
ਚੰਗੇ ਅਮਲ ਕਮਾਲੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ ਕਮਾਲੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਉਣਗੇ ਔਖੇ ਵੇਲੇ ਜੀ ਕੰਮ ਆਉਣਗੇ ਔਖੇ ਵੇਲੇ ਜੀ ਕੰਮ ਆਉਣਗੇ ਚੰਗੇ ਅਮਲ ਕਮਾਲੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ ਕਮਾਲੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ ਕਮਾਲੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਉਣਗੇ ਚੰਗੇ ਅਮਲ ਕਮਾਲੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਉਣਗੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ ਫਰੀਦ ਸਾਹਿਬ ਨੇ ਮੋਹਰ ਇਹ ਲਾਈ ਹੈ ਕਿ ਜੇ ਚੰਗੇ ਅਮਲ ਚੰਗੇ ਕਰਮ ਕੀਤੇ ਹੋਣਗੇ ਸੰਸਾਰ ਵਿੱਚ ਉਹੀ ਲੇਖੇ ਵਿੱਚ ਪੈਣਗੇ ਨਹੀਂ ਤਾਂ ਬਾਕੀ ਸਾਰਾ ਕੁਝ ਫਨਿਸ਼ ਹੈ ਖਤਮ ਹੈ ਇਸ ਕਰਕੇ ਸਾਨੂੰ ਜ਼ਿੰਦਗੀ ਵਿੱਚ ਚੰਗੇ ਕਰਮ ਕਮਾਉਣੇ ਚਾਹੀਦੇ ਨੇ ਸਮਾਪਤੀ ਦਾ ਸਮਾਂ ਆਪਣਾ ਹੋ ਗਿਆ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗਏ ਨਾ ਸਮਾਂ ਆਪਣੇ ਕੋਲ ਘੱਟ ਸੀ ਕਿਉਂਕਿ ਭੋਗ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਤਕਰੀਬਨ 1.5 ਘੰਟਾ ਜਿਹੜਾ ਹੈ 1.5 ਘੰਟੇ ਤੋਂ 2 ਘੰਟੇ ਦਾ ਸਮਾਂ ਲੱਗਦਾ ਹੈ ਵੀ ਚੰਗੀ ਵਿਚਾਰ ਕੁਝ ਸਾਡੇ ਪੱਲੇ ਪਵੇ ਵਿੱਚ ਕੁਝ ਪ੍ਰਮਾਣ ਸਾਖੀ ਲੱਗੇ ਗੁਰੂ ਜੀ ਦੇ ਬਚਨ ਇਹ ਤਾਂ ਸਾਰਾ ਸਮਾਂ ਨਾ ਜਿਹੜਾ ਇਹ ਤਕਰੀਬਨ 1.5 ਤੋਂ 2 ਘੰਟੇ ਦਾ ਹੁੰਦਾ ਹੈ ਵੈਸੇ ਤਾਂ ਮਹਾਰਾਜ ਕਹਿੰਦੇ ਮਨ ਸਮਝਾਵਣ ਕਾਰਨੇ ਕਛੂਕ ਪੜ੍ਹੀ ਹੈ ਗਿਆਨ ਮਨ ਨੂੰ ਸਮਝਾਉਣ ਵਾਸਤੇ ਤਾਂ ਭਾਵੇਂ ਥੋੜਾ ਜਿਹਾ ਬਹੁਤ ਹੁੰਦਾ ਹੈ ਪਰ ਫਿਰ ਵੀ ਸਾਡਾ ਮਨ ਹੀ ਇਹੋ ਜਿਹਾ ਇਹਨੂੰ ਜ਼ਿਆਦਾ ਟਾਈਮ ਦੇਣਾ ਪੈਂਦਾ ਹੈ ਜਿਹੜਾ ਬੱਚਾ ਸਾਸਨ ਦੀ ਨਲਾਇਕ ਹੋਵੇ ਉਹਨੂੰ ਜ਼ਿਆਦਾ ਟਾਈਮ ਦੇਣਾ ਪੈਂਦਾ ਹੈ ਜਿਹੜਾ ਬੱਚਾ ਇੰਟੈਲੀਜੈਂਟ ਹੈ ਹੁਸ਼ਿਆਰ ਹੈ ਉਹ ਤਾਂ ਇੱਕ ਇਸ਼ਾਰੇ 'ਚ ਸਮਝ ਜਾਂਦਾ ਹੈ ਅਸੀਂ ਆ ਨਲਾਇਕ ਜਿੰਨੇ ਵੀ ਆਪਾਂ ਨਲਾਇਕ ਆ ਸਾਨੂੰ ਜ਼ਿਆਦਾ ਟਾਈਮ ਚਾਹੀਦਾ ਹੈ ਸਮਝਣ ਵਾਸਤੇ ਜ਼ਿੰਦਗੀ ਦੇ ਰੂਲ ਜਿਹੜੇ ਨੇ ਜ਼ਿੰਦਗੀ ਦੇ ਅਸੂਲ ਸਮਝਣ ਨੂੰ ਸਾਨੂੰ ਜ਼ਿਆਦਾ ਟਾਈਮ ਚਾਹੀਦਾ ਹੈ ਇਸ ਕਰਕੇ ਵੱਧ ਤੋਂ ਵੱਧ ਸੰਗਤ ਕਰਿਆ ਕਰੋ ਚੰਗੇ ਭਲੇ ਪੁਰਸ਼ਾਂ ਕੋਲ ਬੈਠਿਆ ਕਰੋ ਜਿੱਥੋਂ ਕੁਝ ਗਿਆਨ ਮਿਲੇ ਕੀ ਪਤਾ ਕਿਹਦਾ ਦਿੱਤਾ ਗਿਆਨ ਸਾਡੀ ਜ਼ਿੰਦਗੀ ਬਦਲ ਦੇਵੇ ਸੋ ਗੁਰੂ ਨਾਨਕ ਸਾਹਿਬ ਗਏ ਨਾ ਮੜੀਆਂ ਉੱਤੇ ਉਮਰਾਂ ਲਿਖੀਆਂ ਮਰਦਾਨਾ ਬੜਾ ਹੈਰਾਨ ਹੋ ਗਿਆ ਕਹਿੰਦਾ ਮਹਾਰਾਜ ਜੀ 2 ਸਾਲ 1 ਸਾਲ 6 ਮਹੀਨੇ 4 ਮਹੀਨੇ 2 ਮਹੀਨੇ 2 ਸਾਲ ਤੋਂ ਉੱਪਰ ਉਮਰ ਕਿਸੇ ਦੀ ਵੀ ਨਹੀਂ ਲਿਖੀ ਹੋਈ ਹੈਰਾਨ ਹੋ ਗਿਆ ਮਰਦਾਨਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਇੱਥੋਂ ਦੇ ਪਿੰਡ ਦੇ ਲੋਕ 2 ਸਾਲ ਤੋਂ ਉੱਪਰ ਜਿਉਂ ਹੀ ਨਹੀਂ 2 ਸਾਲ ਤੋਂ ਬਾਅਦ ਹੀ ਮਰਦੇ ਰਹੇ ਇਹ ਕਬਰਾਂ ਦੇ ਉੱਤੇ ਲਿਖਿਆ ਹੋਇਆ ਮੜੀਆਂ ਤੇ ਗੁਰੂ ਨਾਨਕ ਸਾਹਿਬ ਜਾਣੀ ਜਾਣ ਸਨ ਕਹਿੰਦੇ ਚੱਲ ਭਾਈ ਪਿੰਡ 'ਚ ਚੱਲਦੇ ਪਿੰਡ ਗਏ ਉੱਥੇ ਪੁੱਛਿਆ ਇੱਕ ਚੋਖੀ ਜੀ ਉਮਰ ਦਾ 80-85 ਸਾਲਾਂ ਦਾ ਬਜ਼ੁਰਗ ਤੁਰਿਆ ਫਿਰੇ ਉੱਥੇ ਮਰਦਾਨਾ ਹੈਰਾਨ ਹੋ ਗਿਆ ਕਹਿੰਦਾ ਲਿਖਿਆ ਤਾਂ ਉੱਥੇ 2 ਸਾਲ ਤੇ ਉੱਪਰ ਕੋਈ ਨਹੀਂ ਇਹ 80-85 ਸਾਲਾਂ ਦਾ ਇੱਥੇ ਫਿਰ ਰਿਹਾ ਮਹਾਰਾਜ ਕਹਿੰਦੇ ਇਹਨੂੰ ਪੁੱਛ ਮਰਦਾਨਾ ਕੋਲ ਗਿਆ ਬਜ਼ੁਰਗ ਨੂੰ ਕਿਹਾ ਕਹਿੰਦਾ ਜੀ ਇੱਕ ਸਵਾਲ ਹੈ ਕਹਿੰਦਾ ਦੱਸ ਤੁਹਾਡੀਆਂ ਪਿੰਡ ਦੀਆਂ ਮੜੀਆਂ ਉੱਤੇ 2 ਸਾਲ ਤੋਂ ਉਮਰ ਉੱਪਰ ਕਿਸੇ ਦੀ ਲਿਖੀ ਹੋਈ ਨਹੀਂ ਇਹਦਾ ਕਾਰਨ ਕੀ ਹੈ
ਉਹ ਬਜ਼ੁਰਗ ਕਹਿੰਦਾ ਭਲਿਆ ਇਹ ਉਮਰਾਂ ਉਹ ਲਿਖੀਆਂ ਨੇ ਜਿੰਨੀ ਉਮਰ ਕਿਸੇ ਨੇ ਆਪਣੀ ਜ਼ਿੰਦਗੀ 'ਚ ਕੁਛ ਚੰਗਾ ਕੀਤਾ ਉਹ ਲਿਖਿਆ। ਮਰਦਾਨਾ ਕਹਿੰਦਾ ਸਮਝਿਆ ਨਹੀਂ ਮੈਂ। ਉਹ ਬਜ਼ੁਰਗ ਕਹਿੰਦਾ ਤੂੰ ਮੰਨ ਵੀ ਭਾਵੇਂ ਕਿਸੇ ਦੀ 60 ਸਾਲ ਦੀ ਉਮਰ ਹੈ, ਉਹਨਾਂ 60 ਸਾਲਾਂ ਦੇ ਵਿੱਚ ਜਿਹੜੇ ਮਨੁੱਖ ਨੇ ਸਾਰੀ 60 ਸਾਲੀ ਦੀ ਜ਼ਿੰਦਗੀ ਦੇ ਵਿੱਚ ਕੇਵਲ ਤੇ ਕੇਵਲ ਸਾਰੀ ਜ਼ਿੰਦਗੀ ਵਿੱਚ ਕੇਵਲ ਤੇ ਕੇਵਲ 2 ਸਾਲ ਸਾਰਾ ਐਡ ਕਰਕੇ ਨਾ ਜ਼ਿੰਦਗੀ ਦਾ ਥੋੜਾ ਥੋੜਾ ਸਮਾਂ, ਜਿਹਨੇ 2 ਸਾਲ ਕੋਈ ਚੰਗੇ ਭਲਾਈ ਦੇ ਕੰਮ ਕੀਤੇ ਹੈ ਉਹ ਲਿਖੇ ਗਏ। ਜਿਹਨੇ ਸਾਲ ਸਾਰੀ ਜ਼ਿੰਦਗੀ 'ਚ ਚੰਗੇ ਕੰਮ ਕੀਤੇ ਉਹ ਸਾਲ ਲਿਖਿਆ ਗਿਆ। ਜਿਹਨੇ 6 ਮਹੀਨੇ ਜਾਂ 2 ਮਹੀਨੇ ਜਾਂ 4 ਮਹੀਨੇ ਚੰਗੇ ਕੰਮ ਕੀਤੇ ਨੇ ਉਹਦੇ 2-4 ਮਹੀਨੇ ਲਿਖੇ। ਤੇ ਵੀ ਉਮਰ ਤਾਂ ਉਹੀ ਹੈ ਜਿਹ 'ਚ ਚੰਗਾ ਕੀਤਾ ਹੈ, ਤੇ ਬਾਕੀ ਤਾਂ ਸਭ ਖਰਾਬ ਹੀ ਹੈ ਨਾ, ਖਤਮ ਹੀ ਹੈ। ਹੁਣ ਆਪਾਂ ਕਿੰਨਾ ਭੋਜਨ ਰੋਜ਼ ਖਾਂਦੇ ਹਾਂ, 3 ਟਾਈਮ ਆਪਾਂ ਭੋਜਨ ਖਾਂਦੇ ਹਾਂ ਨਾ, ਸਾਰਾ ਥੋੜਾ ਸਾਨੂੰ ਫਾਇਦਾ ਦਿੰਦਾ। ਫਾਇਦਾ ਦੇਣ ਵਾਲਾ ਭੋਜਨ ਤਾਂ ਬਿਲਕੁਲ ਨਾਰਮਲੀ ਬੜਾ ਘੱਟ ਹੈ। ਜਿਹਦਾ ਰਸ ਬਣਨਾ ਹੈ, ਰਸ ਤੋਂ ਖੂਨ ਬਣਨਾ ਹੈ, ਖੂਨ ਤੋਂ ਮਿੱਝ ਬਣਨੀ ਹੈ, ਫਿਰ ਸਾਧ ਸੰਜੀ ਅੱਗੇ ਜਾ ਕੇ ਤੱਤ ਬਣਨਾ ਹੈ, ਤੇ ਬਾਕੀ ਤਾਂ ਬਿਸਟਾ ਸਾਰਾ ਬਾਹਰ ਹੀ ਨਿਕਲ ਜਾਂਦਾ ਹੈ ਨਾ। ਭੋਜਨ ਕਿੰਨਾ ਖਾਧਾ, ਹੁਣ ਦੁੱਧ ਕਿੰਨਾ ਹੁੰਦਾ, ਘਿਓ ਕਿੰਨਾ ਕੁ ਨਿਕਲਦਾ ਹੈ। 10 ਕਿਲੋ ਦੁੱਧ ਵਿੱਚੋਂ ਘਿਓ ਕਿੰਨਾ ਕੁ ਨਿਕਲਦਾ ਜੀ। ਸਿਆਣੇ ਬੈਠੇ ਹੋ, ਮਾਈਆਂ ਬੀਬੀਆਂ ਘਿਓ ਬਣਾਉਂਦੀਆਂ ਨਹੀਂ ਦੁੱਧ ਦਾ। 10 ਕਿਲੋ ਦੁੱਧ ਲੈ ਲਓ, ਘਿਓ ਇੰਨਾ ਕੁ ਰੱਤੀ ਕੁ ਭਰ ਨਿਕਲਣਾ ਵਿੱਚੋਂ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਜੇ ਚੋਂ ਚੰਗੇ ਕਰਮ ਕੱਢਣੇ ਆ ਨਾ ਤਾਂ ਨਾ ਮਾਤਰ ਹੀ ਨਿਕਲਣੇ ਆ ਸਾਡੇ। ਉਹ ਕਹਿੰਦਾ ਭਾਈ ਭਲਿਆ ਇਹ ਉਮਰਾਂ ਉਹ ਨੇ ਜਿਹੜੀਆਂ ਸਾਰੀ ਜ਼ਿੰਦਗੀ 'ਚ ਜਿੰਨਾ ਕੁ ਕਿਸੇ ਨੇ ਚੰਗਾ ਕੀਤਾ ਉਹ ਲਿਖਤਾ, ਇੱਥੇ ਬੋਰਡ ਲਾ ਦਿੱਤਾ ਲੋਕਾਂ ਦੇ ਸਮਝਣ ਵਾਸਤੇ ਵੀ ਬਾਕੀ ਉਮਰ ਤਾਂ ਖਤਮ ਹੈ ਸਾਰੀ। ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਉਹ ਉਮਰ ਭਾਈ ਲੇਖੇ 'ਚ ਹੈ ਜਿਹੜੀ ਸਾਈਂ ਦੀ ਪਰਮੇਸ਼ਰ ਦੀ ਯਾਦ 'ਚ ਨਿਕਲ ਗਈ, ਤੇ ਬਾਕੀ ਤਾਂ ਖਤਮ ਹੀ ਹੈ ਸਾਰਾ ਕੁਝ। ਇਸ ਕਰਕੇ ਉਹਨੂੰ ਚੇਤੇ ਰੱਖੋ, ਖਾਣ ਲੱਗਿਆਂ ਚੇਤੇ, ਸੌਣ ਲੱਗਿਆਂ, ਪਹਿਨਣ ਲੱਗਿਆਂ, ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹਨੂੰ ਚੇਤੇ ਕਰੋ ਭਾਈ ਜਿਹਦੇ ਆਸਰੇ ਉੱਡਦੇ ਫਿਰਦੇ ਆ। ਜਿੱਦਣ ਉਹਨੇ ਆਪਣੀ ਜੋਤ ਕੱਢ ਲਈ ਤੇ ਫਿਰ ਸਤਿਗੁਰੂ ਕਹਿੰਦੇ ਘਟ ਫੂਟੈ ਕੋਈ ਬਾਤ ਨਾ ਪੁੱਛੈ। ਜਦੋਂ ਇਹ ਸਵਾਸਾਂ ਦਾ ਕਹਿੰਦੇ ਨੇ ਘੜਾ ਫੁੱਟਦਾ ਹੈ ਨਾ, ਘਟ ਫੂਟੈ, ਘਟ ਕਹਿੰਦੇ ਘੜੇ ਨੂੰ, ਘੜੇ ਦਾ ਨਾਮ ਘਟ ਹੈ। ਘਟ ਫੂਟੈ, ਜਦੋਂ ਘੜਾ ਫੁੱਟ ਗਿਆ ਸਵਾਸਾਂ ਦਾ, ਕਹਿੰਦੇ ਨੇ ਕਬੀਰ ਸਾਹਿਬ ਘਟ ਫੂਟੈ ਕੋਈ ਬਾਤ ਨਾ ਪੁੱਛੈ। ਜਦੋਂ ਸਵਾਸਾਂ ਦਾ ਘੜਾ ਫੁੱਟਦਾ ਨਾ ਬੰਦੇ ਦਾ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੋਈ ਫਿਰ ਬਾਤ ਨਹੀਂ ਪੁੱਛਦਾ। ਘਟ ਫੂਟੈ ਕੋਈ ਬਾਤ ਨਾ ਪੁੱਛੈ, ਫਿਰ ਕੀ ਹੁੰਦਾ ਜੀ? ਫਿਰ ਕਹਿੰਦੇ ਨੇ ਕਾਢੋ ਕਾਢੋ ਹੋਈ। ਫਿਰ ਕਹਿੰਦੇ ਲੈ ਜਾਓ ਵੀ ਹੁਣ ਇਹਨੂੰ ਇੱਕ ਦਿਨ ਵਾਸਤੇ ਆਦ ਘਰੀ ਕੋਊ ਨਾ ਰੱਖੈ। ਤਾਂ ਰੱਖਦੇ ਆ ਵੀ ਉਹ ਬਾਹਰ ਗਿਆ ਹੋਇਆ ਰਿਸ਼ਤੇਦਾਰ ਉਹ ਆ ਜਾਣ ਦਿਓ। ਕਈ ਵਾਰ ਤਾਂ ਉਹਨੂੰ ਵੀ ਨਹੀਂ ਢੀਕਦੇ ਰਿਸ਼ਤੇਦਾਰ, ਕਹਿੰਦੇ ਲੈ ਜਾਓ ਵੀ ਹੁਣ। ਸੋ ਰਹੋ ਵਿਚਾਰ, ਆਪਾਂ ਮੁੜੀਏ, ਸਮਾਂ ਲੰਘਦਾ ਜਾ ਰਿਹਾ ਹੈ। ਇਹ ਤਾਂ ਸਾਰਾ ਦਿਨ ਬੈਠੇ ਕਰੀ ਜਾਈਏ ਵਿਚਾਰਾਂ ਤਾਂ ਵੀ ਨਹੀਂ ਮੁੱਕਣੀਆਂ। ਘਟ ਫੂਟੈ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਕਹਿੰਦੇ ਭਾਈ ਜਦੋਂ ਸਰੀਰ ਦੇ ਵਿੱਚੋਂ ਸਵਾਸਾਂ ਦਾ ਘੜਾ ਫੁੱਟਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਫਿਰ ਕੋਈ ਬਾਤ ਨਹੀਂ ਪੁੱਛਦਾ ਬੰਦੇ ਦੀ, ਫਿਰ ਤਾਂ ਕਾਢੋ ਕਾਢੋ ਹੋਈ। ਆਦ ਘੜੀ ਕੋਊ ਨਾ ਰੱਖੈ, ਅੱਧੀ ਘੜੀ ਵੀ ਕੋਈ ਘਰ ਵਿੱਚ ਨਹੀਂ ਰੱਖਦਾ। ਜਿਹੜੇ ਘਰ ਵਿੱਚ ਸਾਰੀ ਜ਼ਿੰਦਗੀ ਗੁਜ਼ਾਰੀ, ਅੱਧੀ ਘੜੀ ਵੀ ਸਾਧ ਸੰਗਤ ਜੀ ਉਸ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ। ਆਦ ਘੜੀ ਕੋਊ ਨਾ ਰੱਖੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਘਰ ਤੇ ਦੇਤ ਨਿਕਾਰ, ਘਰੋਂ ਬਾਹਰ ਕੱਢ ਦਿੰਦੇ ਨੇ। ਉਹ ਘਰ ਜਿਹੜਾ ਇਹਨੇ ਆਪਣਾ ਬਣਾਇਆ, ਉਹ ਘਰ ਜਿਹੜਾ ਇਹਨੇ ਆਪਣਾ ਸਮਝਿਆ, ਉਹ ਵੀ ਘਰ ਪਰਾਇਆ ਬਣ ਗਿਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਨੇ ਭਾਈ ਆਪਣੇ ਜੀਵਨ ਨੂੰ ਚੰਗਾ ਬਣਾਈਏ। ਬਾਕੀ ਰਹੀ ਸੰਸਾਰ ਵਿੱਚ ਰਹਿਣ ਤੇ ਜਾਣ ਦੀ ਗੱਲ, ਉਹੀ ਆਪਾਂ ਜਿਹੜੀ ਗੱਲ ਕਰਕੇ ਆਏ ਆ ਵੀ ਜੇ ਜੰਮਣਾ ਲਿਖਿਆ ਮਰਨਾ ਵੀ ਲਿਖਿਆ। ਭਾਈ ਰਾਜਪਾਲ ਸਿੰਘ ਜੀ ਭਾਵੇਂ ਪਰਿਵਾਰ ਨੂੰ, ਸੰਬੰਧੀਆਂ ਨੂੰ, ਸਾਰਿਆਂ ਨੂੰ ਦੁੱਖ ਹੈ,
ਕਿਉਂਕਿ ਹਰ ਇੱਕ ਨੂੰ ਹੁੰਦਾ ਹੈ, ਬੱਚਿਆਂ ਦਾ ਹੁੰਦਾ ਹੈ, ਘਰ ਦਾ, ਪਰਿਵਾਰ ਦਾ ਹੁੰਦਾ ਹੈ। ਆਪਾਂ ਕਈ ਵਾਰ ਕਹਿੰਦੇ ਆ ਨਾ ਵੀ ਜਾਣ ਦੀ ਉਮਰ ਨਹੀਂ ਸੀ, ਹਲੇ ਇਹਨੇ ਬਹੁਤ ਕੁਝ ਕਰਨਾ ਸੀ। ਇਹ ਆਮ ਆਪਾਂ ਸੰਸਾਰ 'ਚ ਗੱਲਾਂ ਕਰਦੇ ਆ, ਹੁੰਦਾ ਹੈ। ਪਰ ਫਿਰ ਵੀ ਸਾਧ ਸੰਗਤ ਜੀ, ਦੁੱਖ ਹੁੰਦਾ ਹੈ ਸੰਬੰਧੀਆਂ ਨੂੰ, ਪਰਿਵਾਰ ਨੂੰ, ਪਰ ਕੀਤਾ ਕੀ ਜਾਵੇ। ਜਦੋਂ ਹੰਸ ਉੱਡੀ ਗਿਆ, ਜਦੋਂ ਭੌਰਾ ਉੱਡੀ ਗਿਆ, ਤੇ ਹੁਣ ਕੀ ਕਰੀਏ, ਕੀ ਫਿਰ। ਹੁਣ ਤਾਂ ਭਾਣਾ ਮਿੱਠਾ ਕਰਕੇ ਹੀ ਮੰਨਣਾ ਪਵੇਗਾ, ਕਿਉਂਕਿ ਜਿਹੜੇ ਚਲੇ ਗਏ ਉਹ ਨਹੀਂ ਮੁੜ ਕੇ ਆਏ। ਸਾਧ ਸੰਗਤ ਜੀ, ਇੱਕ ਦਰਖਤ ਨਾਲ ਪੱਤੇ ਲੱਗੇ ਸੀ, ਹਵਾ ਆਉਂਦੀ ਸੀ, ਬੜੇ ਸੋਹਣੇ ਟਹਿਲਦੇ ਸੀ, ਬੜੀ ਹਰਿਆਵਲ ਉਹਦੇ ਵਿੱਚੋਂ। ਜਿਹੜਾ ਵੀ ਜਾਂਦਾ ਬੜਾ ਖੁਸ਼ ਹੁੰਦਾ ਵੀ ਬੜੇ ਪੱਤੇ ਵਧੀਆ। ਹਵਾ ਜਾਂਦੀ, ਹਵਾ ਦਾ ਝੋਕਾ ਆਉਂਦਾ, ਬੜੇ ਐਦਾਂ ਟਾਹਣੀ ਨਾਲ ਲੱਗੇ ਹੋਏ, ਬੜੇ ਝੂਮਦੇ। ਪਰ ਅੱਜ ਰੁੱਤ ਬਦਲੀ, ਅੱਜ ਰੁੱਤ ਬਦਲੀ, ਉਹੀ ਪੱਤੇ ਸਾਧ ਸੰਗਤ ਜੀ ਟਾਹਣੀ ਨਾਲੋਂ ਝੜ ਗਏ ਪੀਲੇ ਹੋ ਕੇ। ਜਦੋਂ ਪੀਲੇ ਹੋ ਕੇ ਝੜੇ ਨਾ, ਉਹੀ ਹਵਾ ਜਿਹੜੀ ਹਵਾ ਦੇ ਨਾਲ ਉਹ ਟਹਿਲਦੇ ਹੁੰਦੇ ਸੀ, ਐਦਾਂ ਦਰਖਤ ਦੀ ਟਾਹਣੀ ਨਾਲ ਲੱਗੇ ਹੋਏ, ਹਵਾ ਉਹੀ ਹੈ। ਜਦੋਂ ਟਾਹਣੀ ਨਾਲ ਲੱਗੇ ਸੀ, ਹਰੇ ਸੀ, ਉਦੋਂ ਬੜੇ ਖੁਸ਼ ਹੁੰਦੇ ਸੀ, ਝੂਮਦੇ ਸੀ। ਪਰ ਅੱਜ ਪੀਲੇ ਪੈ ਗਏ। ਸਾਧ ਸੰਗਤ ਜੀ, ਟਾਹਣੀ ਨੇ ਛੱਡ ਦਿੱਤਾ ਉਹਨਾਂ ਨੂੰ, ਉਹੀ ਹਵਾ ਦਾ ਝੋਕਾ ਆਇਆ। ਪਹਿਲਾਂ ਤਾਂ ਟਹਿਲਦੇ ਹੁੰਦੇ ਸੀ ਹਵਾ ਦੇ ਨਾਲ, ਟਾਹਣੀ ਨਾਲ ਲੱਗੇ ਹੋਏ, ਅੱਜ ਉਹੀ ਹਵਾ ਉਹਨਾਂ ਝੜੇ ਹੋਏ ਪੱਤਿਆਂ ਨੂੰ, ਪੀਲੇ ਹੋਏ ਪੱਤਿਆਂ ਨੂੰ, ਦਰਖਤ ਨਾਲੋਂ ਝੜੇ ਪੱਤਿਆਂ ਨੂੰ, ਉਹੀ ਹਵਾ ਅੱਜ ਰੋੜ ਕੇ ਲੈ ਕੇ ਜਾ ਰਹੀ ਹੈ। ਇਹੀ ਮਨੁੱਖ ਦਾ ਜੀਵਨ ਹੈ। ਜਦੋਂ ਤੱਕ ਸਰੀਰ ਰੂਪੀ ਦਰਖਤ ਦੇ ਨਾਲ ਸਾਧ ਸੰਗਤ ਜੀ ਇਹ ਸਵਾਸਾ ਰੂਪੀ ਪੱਤੇ ਜੁੜੇ ਰਹਿੰਦੇ ਨੇ, ਉਹ ਤਾਂ ਹਰੇ ਭਰੇ ਹੈ। ਤੇ ਜਦੋਂ ਹੀ ਇਹ ਝੜ ਜਾਂਦੇ ਨੇ, ਫਿਰ ਤਾਂ ਸਾਧ ਸੰਗਤ ਜੀ ਦਾ ਰੱਬ ਰਾਖਾ ਹੀ ਹੈ। ਸੋ ਜਿੰਨੇ ਸਵਾਸ ਮਿਲੇ ਹੈ, ਇਹਨਾਂ ਸਵਾਸਾਂ ਨੂੰ ਭਾਈ ਆਪਾਂ ਚੰਗੇ ਬਣਾਈਏ, ਕੋਸ਼ਿਸ਼ ਕਰੀਏ ਵੀ ਕੁਛ ਚੰਗਾ ਕਰੀਏ, ਤਾਂ ਜੋ ਸਾਡੀ ਕਰਨੀ ਨੂੰ ਸੰਸਾਰ ਰੋਵੇ। ਜਦੋਂ ਆਪਾਂ ਆਉਂਦੇ ਆ ਨਾ, ਆਪਾਂ ਰੋਂਦੇ ਨਾ ਜਦੋਂ ਆਉਂਦੇ ਆ, ਜਦੋਂ ਜਾਈਏ ਆਪਾਂ ਹੱਸਦੇ ਜਾਈਏ ਤੇ ਸੰਸਾਰ ਰੋਵੇ। ਕਾਹਨੂੰ? ਸਾਡੀ ਕਰਨੀ ਨੂੰ। ਤੇ ਕਰਨੀ ਨੂੰ ਰੋਊਗਾ ਤਾਂ ਕੋਈ, ਜੇ ਕੁਛ ਚੰਗਾ ਕਰਕੇ ਜਾਓਗੇ। ਤੇ ਸਾਰੀ ਜ਼ਿੰਦਗੀ ਸ਼ਰਾਬਾਂ ਪੀਂਦੇ ਮਰ ਗਏ, ਫਿਰ ਰੋਣਾ ਕਿਸੇ ਨੇ? ਫਿਰ ਨਹੀਂ ਰੋਂਦਾ। ਸਾਰੀ ਜ਼ਿੰਦਗੀ ਵਿਕਾਰ ਖੱਟੇ, ਸਾਰੀ ਜ਼ਿੰਦਗੀ ਸਾਧ ਸੰਗਤ ਜੀ ਦੁਨੀਆ ਦੀਆਂ ਫਟਕਾਰਾਂ ਖੱਟ ਕੇ ਜੇ ਗਿਆ, ਫਿਰ ਥੋੜਾ ਸਾਨੂੰ ਕੋਈ ਰੋਏਗਾ। ਫਿਰ ਤਾਂ ਹੱਸਣਗੇ ਸਾਰੇ ਵੀ, ਚੰਗਾ ਹੋ ਗਿਆ, ਚਲਾ ਗਿਆ। ਕੋਈ ਚੰਗਾ ਕਰਕੇ ਜਾਓ, ਸਾਡੀ ਕਰਨੀ ਨੂੰ ਸੰਸਾਰ ਰੋਵੇ। ਇੱਕ ਧਾਰਨਾ ਪੜ੍ਹ ਕੇ ਆਨੰਦ ਸਾਹਿਬ ਪੜ੍ਹਦੇ ਹਾਂ, ਫਿਰ ਆਪਾਂ ਅਰਦਾਸ ਵਿੱਚ ਸ਼ਾਮਲ ਹੋਵਾਂਗੇ। ਸਾਧ ਸੰਗਤ ਜੀ, ਭਾਈ ਰਾਜਪਾਲ ਸਿੰਘ ਜੀ ਜੋ ਕਿ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਭੋਗਦੇ ਹੋਏ ਅਧਖੜ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਹਾਰ ਕੇ ਚਲੇ ਗਏ ਨੇ। ਹਾਰ ਕੇ ਜਾਂਦਾ ਬੰਦਾ, ਜਿੱਤ ਕੇ ਤਾਂ ਕੋਈ ਹੋ ਜਾਂਦਾ ਹੈ। ਅੱਧ ਵਿਚਾਲੇ ਪਰਿਵਾਰ ਨੂੰ ਛੱਡ ਗਏ, ਸਵਾਸਾਂ ਦਾ ਭੰਡਾਰ ਖਤਮ ਹੋ ਗਿਆ। ਕਾਰਨ ਬਣਦਾ ਕੋਈ ਨਾ ਕੋਈ, ਸਰੀਰਕ ਬਿਮਾਰੀ ਦਾ ਕਾਰਨ ਬਣਿਆ, ਕਿਉਂਕਿ ਜਦੋਂ ਜਾਣਾ ਮਨੁੱਖ ਨੇ, ਕੋਈ ਨਾ ਕੋਈ ਭਾਈ ਬਹਾਨਾ ਤਾਂ ਬਣਨਾ ਹੀ ਹੈ। ਹਾਂਜੀ, ਕੋਈ ਨਾ ਕੋਈ ਬਹਾਨਾ ਬਣਦਾ। ਸਰੀਰਕ ਰੋਗ ਕਾਰਨ ਬਣਿਆ, ਜ਼ਿੰਦਗੀ ਨੂੰ ਅਲਵਿਦਾ ਕਹਿ ਗਏ। ਸੋ ਪਰਿਵਾਰ ਪਿੱਛੇ ਹੈ। ਭਾਣਾ ਮੰਨਣ ਦਾ ਹੁਕਮ ਗੁਰੂ ਸਾਹਿਬ ਜੀ ਨੇ ਕਿਹਾ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਦੇ ਬਚਨ, ਸਤਿਗੁਰੂ ਕਹਿੰਦੇ, ਜਦੋਂ ਅਸੀਂ ਜਾਵਾਂਗੇ ਨਾ ਭਾਈ, ਉਦੋਂ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੇਰੇ ਜਾਣ ਤੋਂ ਪਿੱਛੋਂ ਭਾਈ ਕੀਰਤਨ ਕਰਿਓ, ਰੱਬ ਦੀ ਉਸਤਤ ਕਰਿਓ। ਸਾਡੇ ਪਿੱਛੋਂ ਕਿਸੇ ਨੇ ਰੋਣਾ ਨਹੀਂ, ਅਕਾਲ ਪੁਰਖ ਦਾ ਭਾਣਾ ਮੰਨਣਾ। ਭਾਣੇ ਵਿੱਚ ਹੀ ਸਾਧ ਸੰਗਤ ਜੀ ਸਾਨੂੰ ਰਹਿਣਾ ਚਾਹੀਦਾ ਹੈ। ਇਹ ਹੁਕਮ ਹੁੰਦਾ ਹੈ ਪਰਮਾਤਮਾ ਅਕਾਲ ਪੁਰਖ ਦਾ, ਜਿਹਨੇ ਜਾਣਾ ਉਹ ਚਲਾ ਜਾਂਦਾ ਹੈ। ਸੋ ਪਰਿਵਾਰ ਨੂੰ ਸਤਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ, ਔਰ
ਅਸੀਂ ਗੁਰਬਾਣੀ ਤੋਂ ਸੇਧ ਲਈਏ। ਆਓ ਐਸਾ ਕੁਝ ਕਰਕੇ ਜਾਈਏ ਜਿਹਦੇ ਨਾਲ ਅਸੀਂ ਜਦੋਂ ਸੰਸਾਰ ਤੋਂ ਜਾਈਏ ਸਾਡੀ ਕਰਨੀ ਨੂੰ ਸਾਰਾ ਸੰਸਾਰ ਰੋਵੇ। ਤੇਰੀ ਕਰਨੀ ਨੂੰ ਰੋਵੇ ਜਗ ਸਾਰਾ, ਐਸੀ ਕਰਨੀ ਕਰ ਜਾ ਪਿਆਰਿਆ। ਤੇਰੀ ਕਰਨੀ ਨੂੰ ਰੋਵੇ ਜਗ ਸਾਰਾ, ਐਸੀ ਕਰਨੀ ਕਰ ਜਾ ਪਿਆਰਿਆ। ਕਰ ਜਾ ਪਿਆਰਿਆ, ਕਰਨੀ ਰੋਵੇ ਜਗ ਸਾਰਾ, ਐਸੀ ਕਰਨੀ ਕਰ ਜਾ ਪਿਆਰਿਆ। ਤੇਰੀ ਕਰਨੀ ਰੋਵੇ ਜਗ ਸਾਰਾ, ਐਸੀ ਕਰਨੀ ਕਰ ਜਾ ਪਿਆਰਿਆ। ਤੇਰੀ ਕਰਨੀ ਨੂੰ ਰੋਵੇ ਜਗ ਸਾਰਾ, ਤੇਰੀ ਕਰਨੀ ਨੂੰ ਰੋਵੇ ਜਗ ਸਾਰਾ। ਤੇਰੀ ਕਰਨੀ ਨੂੰ ਰੋਵੇ ਜਗ ਸਾਰਾ, ਤੇਰੀ ਕਰਨੀ ਨੂੰ ਰੋਵੇ ਜਗ ਸਾਰਾ। ਤੇਰੀ ਕਰਨੀ ਨੂੰ ਰੋਵੇ ਜਗ ਸਾਰਾ, ਐਸੀ ਕਰਨੀ ਕਰ ਜਾ ਪਿਆਰਿਆ। ਤੇਰੀ ਕਰਨੀ ਨੂੰ, ਤੇਰੀ ਕਰਨੀ ਨੂੰ ਰੋਵੇ ਜਗ ਸਾਰਾ, ਐਸੀ ਕਰਨੀ ਕਰ ਜਾ ਪਿਆਰਿਆ। जब हम आए जगत में जग हंसे हम रोए, ऐसी करनी कर चलो हम रोए। जब हम आए जगत में जग हंसे हम रोए, ऐसी करनी कर चलो हम हंसे जग रोए। अपनी करनी नूं जांदे जांदे हंस के जाओ भी कुछ मैं करके गया ਤੇ ਸੰਸਾਰ ਸਾਡੀ ਕਰਨੀ ਨੂੰ ਰੋਵੇ। ਸੋ ਆਓ ਸਾਰੇ ਰਲ ਮਿਲ ਕੇ ਵਿਛੜੀ ਰੂਹ ਨੂੰ ਅਸੀਸ ਦਈਏ ਗੁਰਬਾਣੀ ਦੀ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਹੋਈਆਂ ਭੁੱਲਾਂ ਦੀ ਖਿਮਾ, ਸਮਾਂ ਥੋੜ੍ਹਾ ਜਿਹਾ ਵੱਧ ਲੱਗ ਗਿਆ, ਸੋ ਘੰਟੇ ਦਾ ਸਮਾਂ ਸੀ, ਘੰਟੇ ਤੋਂ ਉੱਤੇ ਲੱਗ ਗਿਆ। ਦਾਸ ਨੂੰ ਖਿਮਾ ਕਰ ਦਿਓ। ਜਿੰਨਾ ਸਮਾਂ ਆਪਾਂ ਗੁਰੂ ਚਰਨਾਂ 'ਚ ਬੈਠੇ ਸਾਡਾ ਲੇਖੇ 'ਚ ਪਵੇ। ਆਓ ਆਨੰਦ ਸਾਹਿਬ ਦੀ ਬਾਣੀ। ਸੋ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਤਾਂ ਆਪਾਂ ਕੀ ਕਹਿ ਸਕਦੇ ਹਾਂ। ਚਲੋ ਆਪ ਸਾਰੇ ਦੁੱਖ ਦੇ ਸਮੇਂ ਵਿੱਚ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਪਹੁੰਚੇ ਹੋ। ਗੁਰੂ ਚਰਨਾਂ ਦਾ ਲਾਹਾ ਲਿਆ। ਸਤਿਗੁਰੂ ਰਹਿਮਤਾਂ ਕਰਨ ਸਾਡੀ ਤੁਹਾਡੀ ਹਾਜ਼ਰੀ ਲੇਖੇ ਦੇ ਵਿੱਚ ਪਵੇ। ਹੋਵੇ ਸਾਹਿਬ ਸਿਓ ਮੇਲ ਦੇਹੋ ਸੱਜਣ ਅਸੀਸੜੀਆਂ, ਹੋਵੇ ਸਾਹਿਬ ਸਿਓ ਮੇਲ ਦੇਹੋ ਸੱਜਣ ਅਸੀਸੜੀਆਂ। ਹੋਵੇ ਸਾਹਿਬ ਸਿਓ ਮੇਲ ਦੇਹੋ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ। ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਵਾਹਿਗੁਰੂ ਵਾਹਿਗੁਰੂ। ਵਿਛੜੀ ਰੂਹ ਦੀ ਸ਼ਾਂਤੀ ਵਾਸਤੇ ਔਰ ਸਾਰੇ ਆਪਣੇ ਭਲੇ ਵਾਸਤੇ ਤਕਰੀਬਨ ਅੱਧਾ ਕੁ ਮਿੰਟ ਆਪਾਂ ਵਾਹਿਗੁਰੂ ਦਾ ਜਾਪ ਕਰਨਾ ਹੈ। ਕੋਈ ਉੱਚੀ ਬੋਲ ਕੇ, ਕੋਈ ਭਾਵੇਂ ਅੰਦਰ ਆਪਣੇ ਮਨ 'ਚ ਹੀ ਬੋਲ ਕੇ ਕਰੋ। ਅੱਧਾ ਕੁ ਮਿੰਟ ਵਾਹਿਗੁਰੂ ਦਾ ਜਾਪ। ਕੋਈ ਐਸਾ ਨਾ ਹੋਵੇ ਜਿਹੜਾ ਨਾ ਕਰੇ। ਵਿਛੜੀ ਰੂਹ ਦੀ ਸ਼ਾਂਤੀ ਔਰ ਆਪਣੇ ਸਾਰਿਆਂ ਦੇ ਭਲੇ ਵਾਸਤੇ ਵਾਹਿਗੁਰੂ ਦਾ ਜਾਪ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
ਤੁਧ ਆਗੇ ਅਰਦਾਸ ਹਮਾਰੀ ਪਿੰਡ ਸਭ